ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਨੈਣੀ ਦੇਖੋ ਗੁਰ ਦਰਸ਼ਨੋ ਗੁਰ ਚਰਣੀ ਮੱਥਾ। ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹੱਥਾ। ਅਕਾਲ ਮੂਰਤ ਹਿਰਦੇ ਧਿਆਇਂਦਾ ਦਿਨ ਰਹਿਣ ਜਪੰਥਾ। ਮੈਂ ਛੱਡਿਆ ਸਗਲ ਅਪਾਇਣੋ ਪ੍ਰਭਾਤ ਸੇ ਗੁਰ ਸਮਰੱਥਾ। ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ। ਭੋਗੋ ਪੁੰਚੋ ਪਾਈਓ ਪੱਲੇ ਨਾਮ ਗਥਾ। ਨਾਮ ਦਾਨ ਇਸ਼ਨਾਨ ਦ੍ਰਿੜ ਸਦਾ ਕਰੋ ਗੁਰ ਕਥਾ। ਸਹਿਜ ਪਿਆ ਪ੍ਰਭ ਪਾਇਆ ਜਮ ਕਾ ਭਉ ਲਥਾ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਗ ਨ ਉਗੜੈ। ਅਵਰ ਨਾ ਕੁੰਜੀ ਹੱਥ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ। ਕੁੰਜੀ ਗੁਰ ਸਉ ਪਾਈ ਅਨਕ ਜਤਨ ਕਰੇ ਨਹੀਂ ਪਾਵੈ। ਬਿਨ ਸਤ ਗੁਰ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਾਂ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਜੀ ਜੀਵਨ ਗਾਥਾ ਆਰੰਭ ਕੀਤੀ ਹੋਈ ਆ। ਤੇ ਹਰ ਬੁੱਧਵਾਰ ਆਪਾਂ ਉਹਨਾਂ ਦੇ ਜੀਵਨ ਵਿੱਚੋਂ ਇੱਕ ਅੱਧੀ ਕੋਈ ਸਾਖੀ ਲੈ ਕੇ ਤੇ ਨਾਲ ਸਾਖੀ ਪ੍ਰਮਾਣ ਗੁਰਬਾਣੀ ਦੇ ਪ੍ਰਮਾਣ ਦੇ ਕੇ ਤੇ ਗੁਰੂ ਕੇ ਬਚਨ ਸਾਂਝੇ ਕਰ ਰਹੇ ਹਾਂ। ਪਿਛਲੇ ਭਾਗ ਦੇ ਵਿੱਚ ਗੁਰੂ ਅੰਗਦ ਸੱਚੇ ਪਾਤਸ਼ਾਹ ਦਰਬਾਰ ਲਾ ਕੇ ਬੈਠੇ ਨੇ ਤੇ ਬਾਦਸ਼ਾਹ ਸਮੇਂ ਦਾ ਬਾਦਸ਼ਾਹ ਹਮਾਜੂ ਆਉਂਦਾ ਹੈ। ਉਹ ਸਾਰੀ ਆਪਾਂ ਸਾਖੀ ਸੁਣਾਈ ਸੀ। ਅੱਜ ਆਪਾਂ ਉਹਨਾਂ ਦਾ 16ਵਾਂ ਭਾਗ ਜਿਹੜਾ ਗੁਰੂ ਅੰਗਦ ਸਾਹਿਬ ਮਹਾਰਾਜ ਜੀਵਨ ਗਾਥਾ ਹੈ ਉੱਤੇ ਵਿਚਾਰ ਕਰਨੀ ਆ। ਵਿਸ਼ਾ ਥੋੜਾ ਗੁੰਝਲਦਾਰ ਜਿਹਾ ਵਾ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਉੱਤੇ ਤਾਰ ਰਹੇ ਨੇ ਸੰਗਤਾਂ ਨੂੰ। ਮਹਾਰਾਜ ਦੇ ਕੋਲ ਰੋਗੀ ਆਉਂਦੇ ਨੇ, ਠੀਕ ਹੋ ਰਹੇ ਨੇ। ਕਿ ਨਾਮ ਔਖਦ ਨਾਮ ਉਧਾਰ ਅਰ ਨਾਮ ਸਮਾਧ ਸੁਖ। ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸੋ ਕਲ ਨਾਮ ਸੁਰ ਨਰ ਬੋਹੇ। ਜਿਹੜੇ ਗੁਰੂ ਤੇ ਭਾਵਨਾ ਲਿਆਉਂਦੇ ਨੇ ਉਹ ਗੁਰੂ ਕੋਲ ਸਭ ਕੁਝ ਲੈ ਜਾਂਦੇ ਨੇ। ਤੇ ਜਿਹੜੇ ਤਰਕ ਕਰਦੇ ਨੇ ਲੋਕ, ਤੇ ਕਿਸੇ ਨੇ ਲਿਖਿਆ ਸੀ ਵੀ ਤਰਕ ਤੇ ਫਰਕ, ਜਦੋਂ ਮਨ ਵਿੱਚ ਤਰਕ ਪੈਦਾ ਹੋ ਜੇ ਫਿਰ ਫਰਕ ਪੈ ਜਾਂਦਾ। ਤੇ ਜਦੋਂ ਫਰਕ ਪੈ ਜੇ ਫਿਰ ਤਰਕ ਤੇ ਫਰਕ ਤੇ ਨਰਕ। ਇਹ ਸੰਤਾਂ ਨੇ ਕੱਢਿਆ ਅਰਕ। ਇਹ ਮਹਾਂਪੁਰਖਾਂ ਨੇ ਕਿਹਾ ਵੀ ਜਦੋਂ ਤੁਹਾਡੀ
ਜ਼ਿੰਦਗੀ ਵਿੱਚ ਜਿਸ ਨੂੰ ਤੁਸੀਂ ਜਿਹੜੇ ਸੱਚੇ ਗੁਰੂ ਤੇ ਤੁਹਾਡੇ ਤੇ ਸ਼ੱਕ ਪੈਦਾ ਹੋ ਗਿਆ ਤੁਹਾਨੂੰ ਵੀ ਗੁਰੂ ਮੇਰਾ ਸਮਰੱਥ ਨਹੀਂ ਹੈ, ਮੈਂ ਗੁਰੂ ਨੂੰ ਕਹਿਣਾ ਗੁਰੂ ਮੇਰੀ ਸੁਣਦਾ ਨਹੀਂ ਹੈ, ਮੈਂ ਗੁਰੂ ਨੂੰ ਅਰਦਾਸ ਕਰਦਾ ਮੇਰੀ ਪੂਰੀ ਨਹੀਂ ਹੁੰਦੀ, ਇਸ ਤਰ੍ਹਾਂ ਕਰਦਿਆਂ ਜੇ ਗੁਰੂ ਤੇ ਸ਼ੱਕ ਪੈਦਾ ਹੋ ਗਿਆ, ਤਰਕ ਨੇ ਕੀ ਕਰਨਾ, ਉਹਨੇ ਫਰਕ ਪਾ ਦੇਣਾ ਤੇ ਫਰਕ ਤੋਂ ਬਾਅਦ ਫਿਰ ਨਰਕ ਵਾ। ਤੇ ਇਹ ਗਿਆਨੀਆਂ ਮਹਾਂਪੁਰਖਾਂ ਨੇ ਕੱਢਿਆ ਅਰਕ ਵਾ। ਮੈਂ ਅੱਜ ਵੀ ਇੱਕ ਥੋੜੀ ਜਿਹੀ ਵਿਚਾਰ ਸੁਣ ਰਿਹਾ ਸੀ ਕਿ ਕੋਈ ਬੰਦਾ ਕਲਕੱਤੇ ਤੋਂ ਆਇਆ ਦਰਬਾਰ ਸਾਹਿਬ, ਤੇ ਅੱਜ ਤੋਂ 2 ਸਾਲ ਪਹਿਲਾਂ ਵੀ ਉਹ ਇੱਥੇ ਦਰਬਾਰ ਸਾਹਿਬ ਆਇਆ ਸੀ। ਉਹਨੂੰ ਕੋਈ ਰੋਗ ਸੀ ਤੇ ਉਹ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਕੇ ਗਿਆ। ਕੋਈ ਅਨਮਤੀਆ ਸੀ, ਸਿੱਖ ਨਹੀਂ ਸੀ। ਸਿੱਖਾਂ ਨਾਲੋਂ ਕੋਈ ਬਹੁਤੇ ਹੋਰ ਲੋਕ ਵੀ ਗੁਰੂ ਘਰ ਉੱਤੇ ਭਾਵਨਾ ਰੱਖਦੇ ਨੇ। ਇਹ ਸਿੱਖਾਂ ਨੇ ਕੋਈ ਠੇਕਾ ਨਹੀਂ ਲਿਆ ਆ ਵੀ ਸਿੱਖਾਂ ਦਾ ਹੀ ਗੁਰੂ ਆ। ਜਗਤ ਪੀਰ ਯਾਰ ਪੀਰ ਜਗਤ ਗੁਰ ਬਾਬਾ, ਸਿੱਖਾਂ ਦਾ ਬਾਬਾ ਕੱਲਾ ਨਹੀਂ ਹੈ, ਯਾਰ ਪੀਰ। ਮੁਸਲਮਾਨਾਂ ਵਾਸਤੇ ਉਹ ਪੀਰ ਵਾ ਤੇ ਹਿੰਦੂਆਂ ਵਾਸਤੇ ਉਹ ਗੁਰੂ ਆ। ਤੇ ਸਿੱਖ ਉਹੀ ਡਾਂਗਾ ਚੱਕੀ ਫਿਰਦੇ ਵੀ ਸਾਡਾ ਬਾਬਾ ਵਾ। ਬਾਬਾ ਤਾਂ ਕਿਸੇ ਦਾ ਹੀ ਨਹੀਂਗਾ। ਯਾਰ ਪੀਰ ਜਗਤ ਗੁਰ ਬਾਬਾ। ਸਿੱਖ ਕੌਮ ਦੇ ਉਸ ਤਰ੍ਹਾਂ ਹੀ ਡਾਂਗਾ ਹੀ ਚੱਕੀ ਫਿਰਦੀ ਆ, ਇਹਦੇ ਕੋਲ ਪੱਲੇ ਬਹੁਤਾ ਕੁਛ ਨਹੀਂ ਰਿਹਾ ਹੁਣ। ਤੇ ਉਹ ਕਹਿ ਰਿਹਾ ਸੀ ਕਿ ਅੱਜ ਤੋਂ ਮੈਂ 2 ਸਾਲ ਪਹਿਲਾਂ ਦਰਬਾਰ ਸਾਹਿਬ ਗਿਆ। ਕੋਈ ਅਨਮਤੀਆ ਦਰਬਾਰ ਸਾਹਿਬ ਇਸ਼ਨਾਨ ਕਰ ਰਿਹਾ ਸਰੋਵਰ 'ਚ। ਤੇ ਉਹ ਕਹਿ ਰਿਹਾ ਸੀ 2 ਸਾਲ ਪਹਿਲਾਂ ਮੈਨੂੰ ਕੋਈ ਰੋਗ ਸੀ ਤੇ ਮੈਂ ਗੁਰੂ ਰਾਮਦਾਸ ਦੇ ਅੱਗੇ ਹੱਥ ਪੱਲਾ ਜੋੜਿਆ ਸੀ ਕਿ ਮਹਾਰਾਜ ਦਾ ਇਲਾਜ ਨਹੀਂ ਹੈਗਾ ਧਰਤੀ ਉੱਤੇ ਮੇਰੇ ਰੋਗ ਦਾ, ਤੇ ਗੁਰੂ ਤੋਂ ਵੱਡਾ ਕੋਈ ਵੈਦ ਨਹੀਂ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਇੱਕ ਬਚਨ ਆਉਂਦਾ ਗੁਰੂ ਕਾ, ਔਖਦ ਕੋਟ ਸਿਮਰ ਗੋਬਿੰਦ। ਜਿਹੜਾ ਸਿਮਰਨ ਵਾ, ਜਿਹੜਾ ਗੁਰੂ ਦਾ ਬਖਸ਼ਿਆ, ਗੁਰ ਬਖਸ਼ਿਆ ਨਾਮ ਨਿਦਾਨ ਸਭੋ ਦੁੱਖ ਲੱਥਾ। ਇਹ ਦੁੱਖ ਉਹਨਾਂ ਚਿਰ ਹੀ ਆ ਜਿੰਨਾ ਚਿਰ ਉਹ ਬਖਸ਼ਾ ਨਹੀਂ ਹੁੰਦੀਆਂ ਗੁਰੂ ਦੀਆਂ ਭਾਈ। ਇਹ ਹੁਣੇ ਤੁਸੀਂ ਬਚਨ ਸਰਵਣ ਕੀਤਾ ਵੀ ਗੁਰ ਬਖਸ਼ਿਆ ਨਾਮ ਨਿਦਾਨ ਸਭੋ ਦੁੱਖ ਲੱਥਾ। ਜਿੱਦਣ ਗੁਰੂ ਨੇ ਬਖਸ਼ਾਂ ਕਰਤੀਆਂ, ਨਾਮ ਦਾ ਖਜ਼ਾਨਾ ਬਖਸ਼ਦਾ, ਦੁੱਖਾਂ ਨਾਮ ਦੀ ਕੋਈ ਚੀਜ਼ ਨਹੀਂ ਹੈ। ਤੇ ਮਾਰਗ ਔਖਦ ਕੋਟ, ਔਖਦ ਕਹਿੰਦੇ ਨੇ ਦਵਾਈ ਨੂੰ, ਕੋਟ ਕਹਿੰਦੇ ਨੇ ਕਰੋੜਾਂ। ਜਿੱਦਾਂ ਹਜ਼ਾਰ ਤੋਂ ਬਾਅਦ ਲੱਖ, ਤੇ ਲੱਖ ਤੋਂ ਬਾਅਦ ਕਰੋੜ ਹੈ। ਮਾਰਗ ਕਹਿੰਦੇ ਜਿਹੜਾ ਸਿਮਰਨ ਆ ਨਾ, ਰੱਬੀ ਯਾਦ ਵਾ ਨਾ, ਇਹ ਮਾਨੂੰ ਕਰੋੜ ਤਰ੍ਹਾਂ ਦੀ ਦਵਾਈ ਤੇਰੇ ਕੋਲ ਆ ਤੇ ਇਹ ਨਿਤ ਖਾਇਆ ਕਰ ਤੂੰ ਉੱਠ ਕੇ। ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਏ ਭਗਵੰਤ। ਨਿਤ ਲੇਹ ਨਾ ਸੀਜੇ ਦੇ। ਮਰ ਕਹਿੰਦੇ ਤੂੰ ਇਹ ਦਵਾਈ ਖਾ ਨਾਮ ਦੀ, ਆ ਤੇਰਾ ਸਰੀਰ ਵੀ ਜਿੱਥੇ ਰੋਗਾਂ ਨੂੰ ਖਤਮ ਕਰੇਗਾ ਨਾਮ, ਆ ਤੇਰੇ ਸਰੀਰ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ। ਤੇਰਾ ਸਰੀਰ ਕਮਜ਼ੋਰ ਨਹੀਂ ਪਵੇਗਾ। ਤੂੰ ਨਾਮ ਦੀ ਦਵਾਈ ਖਾਇਆ ਕਰ। ਨਿਤ ਲੇਹ ਨਾ ਸੀਜੇ ਦੇ, ਅੰਤ ਕਾਲ ਜਮ ਮਾਰੇ ਠੇ। ਉਹ ਕਹਿਣ ਲੱਗਾ ਮੈਂ ਅਰਦਾਸ ਕੀਤੀ ਗੁਰੂ ਰਾਮਦਾਸ ਮੇਰਾ ਰੋਗ ਢਾ ਦਿਓ, ਤੇ ਰੋਗ ਢਾ ਦਿੱਤਾ। ਤੇ ਮੈਂ ਹੁਣ 2 ਸਾਲਾਂ ਬਾਅਦ ਫੇਰ ਇਸ਼ਨਾਨ ਕਰਨ ਆਇਆ ਸਰੋਵਰ ਦਾ, ਤੇ ਦਰਬਾਰ ਸਾਹਿਬ ਦਾ ਦਰਸ਼ਨ ਕਰਨ ਆਇਆ। ਤੇ ਉਹ ਲੋਕ ਨੇ ਜਿਨ੍ਹਾਂ ਦੀ ਸ਼ਰਧਾ ਹੈ ਤੇ ਜਿਹੜੇ ਸਟੇਜਾਂ ਉੱਤੇ ਬਹਿ ਕੇ ਤਰਕ ਪੈਦਾ ਕਰਦੇ ਨੇ, ਉਹਨਾਂ ਦੇ ਬਾਰੇ ਹੁਣ ਮੈਂ ਕੀ ਕਵਾਂ। ਉਹ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ, ਨਾਮ ਔਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋ ਹੈ। ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰ ਬੋਹੈ। ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ। ਦਰਸ਼ਨ ਪਰਸਿਆ ਗੁਰੂ ਕੈ 68 ਮੱਜਣ ਹੋਏ। ਉਹ ਗੁਰੂ ਅੰਗਦ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਉੱਤੇ ਬੈਠੇ ਹੋਏ ਨੇ। ਉਹਨਾਂ ਨੇ ਕਰੀਬ 12 ਸਾਲ ਸਰੀਰਕ ਜਾਮੇ 'ਚ ਰਹਿ ਕੇ ਖਡੂਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਤਾਰਿਆ। ਤੇ ਮਹਾਰਾਜ ਦਰ ਤੇ ਰੋਗੀ ਵੀ ਆਉਂਦੇ ਨੇ। ਤੇ ਸਮੇਂ ਦਾ ਇੱਕ ਬਾਦਸ਼ਾਹ ਵੀ ਆਇਆ ਹਮਾਜੂ, ਤੇ ਪਿੰਡ ਦਾ ਚੌਧਰੀ ਵੀ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਰੋਗ ਆ, ਮੇਰਾ ਰੋਗ ਢਾ ਦਿਓ। ਪਰ ਅੱਜ ਧੰਨ ਗੁਰੂ ਅੰਗਦ ਸਾਹਿਬ ਦੇ ਕੋਲ ਜੋਗੀ ਆਏ ਨੇ, ਕਿਉਂਕਿ ਉਹ ਸਮੇਂ ਪੁਰਾਣੇ ਸਮੇਂ ਜੋਗੀਆਂ ਦੇ ਟੋਲੇ ਹੁੰਦੇ ਸੀ। ਬਹੁਤ
ਰਾਜੇ ਮਹਾਰਾਜੇ ਰਾਜ ਛੱਡ ਕੇ ਜੋਗੀ ਬਣ ਗਏ ਤੇ ਹੁਣ ਜੋਗੀ ਜੋਗ ਛੱਡ ਕੇ ਤੇ ਮੁੱਖ ਮੰਤਰੀ ਬਣ ਗਏ। ਕਲਯੁਗ ਦਾ ਸਮਾਂ ਭਾਈ, ਕਿਸੇ ਦੀ ਕੋਈ ਪਾਇਆ ਨਹੀਂ ਹੈ। ਕੰਨ ਪੜਾ ਲੈ ਜੋਗੀ ਬਣ ਗਿਆ, ਤੂੰ ਸੱਪ ਫੜ ਜਾ ਕੇ ਖੋਡਾਂ ਜੋਗ। ਤੂੰ ਯੂਪੀ ਦਾ ਮੁੱਖ ਮੰਤਰੀ ਆਦਿੱਤਨਾਥ ਜੋਗੀ ਬਣ ਗਿਆ। ਤੂੰ ਜੋਗੀਆਂ ਦਾ ਕੰਮ ਤੇ ਸੱਪ ਸੁੱਪ ਫੜਨਾ ਹੁੰਦਾ ਹੈ। ਤੇ ਜਿਹੜੇ ਪੜ੍ਹੇ ਲਿਖੇ ਮੁੰਡੇ ਨੌਜਵਾਨ ਇੰਨੀਆਂ ਡਿਗਰੀਆਂ ਪ੍ਰਾਪਤ ਕੀਤੀਆਂ, ਉਹ ਵਿਚਾਰੇ ਧੱਕੇ ਖਾਣਦੇ ਨੇ। ਤੇ ਜਿਹੜਾ ਕੰਨ ਪਾਟਾ ਜੋਗੀ ਆਦਿੱਤਨਾਥ ਯੂਪੀ ਦਾ ਮੁੱਖ ਮੰਤਰੀ ਬਣ ਗਿਆ। ਜੋ ਜੋਗੀਆਂ ਦਾ ਕੰਮ ਕੋਈ ਰਾਜ ਸੱਤਾ ਚਲਾਉਣਾ ਨਹੀਂ, ਜੋਗੀਆਂ ਦਾ ਕੰਮ ਸੀ ਸੱਪ ਫੜਨਾ। ਹਰ ਬੰਦੇ ਨੇ ਆਪਣੀ ਡਿਊਟੀ ਨੂੰ ਅਣਗੌਲਿਆਂ ਕਰ ਛੱਡਿਆ। ਧੰਨ ਗੁਰੂ ਅੰਗਦ ਸਾਹਿਬ ਦੇ ਨਾਲ ਬੈਠੇ ਹੋਏ ਨੇ ਤੇ ਜੋਗੀ ਆ ਗਏ ਨੇ। ਤੇ ਕਿਸੇ ਨੇ ਲਿਖਿਆ ਵੀ ਖੁਣਸ਼ ਧਾਰ ਦਿਓਗੀਆਂ ਸ਼੍ਰੀ ਗੁਰੂ ਕਰੀ ਵਿਚਾਰ। ਉਹ ਗੁਰੂ ਕੀਆਂ ਕੋ ਬਖਸ਼ਾ ਲੈਣ ਨਹੀਂ ਆਏ, ਉਹ ਗੁਰੂ ਨਾਲ ਈਰਖਾ ਕਰਦੇ ਨੇ ਤੇ ਗੁਰੂ ਦੇ ਨਾਲ ਚਰਚਾ ਕਰਨ ਆਏ ਨੇ। ਹੁਣ ਜਿਹੜੇ ਉੱਥੇ ਮੋਰਚਾ ਲਾ ਕੇ ਬੈਠੇ ਦਰਬਾਰ ਸਾਹਿਬ, ਉਹ ਬਹਿਣ ਦੀ ਬਜਾਏ ਉੱਥੇ ਭਾਂਡੇ ਮਾਂਜਣ ਹਾਂ ਤੇ ਕੰਨਾ ਕੰਮ ਵਧੀਆ ਰਹੂ। ਇਹਨਾਂ ਨਾਸਤਿਕ ਬੇਮੁਖਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗੁਰੂ ਰਾਮਦਾਸ ਦਾ ਦਰਬਾਰ, ਸੰਗਤਾਂ ਆਉਂਦੀਆਂ ਲੰਗਰ ਪਕਾਉਣ, ਭਾਂਡੇ ਮਾਂਜਣ। ਇਹ ਮੋਰਚਾ ਲਾ ਕੇ ਬੈਠੇ ਹੋਏ ਨੇ ਉੱਥੇ ਵਿਹਲੜ। ਇਹਨਾਂ ਨੂੰ ਪੱਕੀਆਂ ਪਕਾਈਆਂ ਖਾਣ ਨੂੰ ਜੋ ਮਿਲਦੀਆਂ, ਤੇ ਇਹ ਜਿਹੜੇ ਪੱਕੀਆਂ ਪਕਾਈਆਂ ਉੱਥੇ ਬੈਠੇ ਖਾਂਦੇ ਆ, ਇਹਨਾਂ ਨੂੰ ਖੁਰਕ ਹੋ ਜਾਣੀ। ਹੋਰ ਥੋੜੇ ਦਿਨਾਂ ਨੂੰ ਵੇਖ ਲਿਓ ਤੁਸੀਂ, ਜਿਹੜੀਆਂ ਪੱਕੀਆਂ ਪਕਾਈਆਂ ਗੁਰੂ ਕੀਆਂ ਖਾਵੇ ਉਹਨਾਂ ਨੂੰ ਖੁਰਕ ਹੋ ਜਾਂਦੀ ਹੁੰਦੀ ਹੈ। ਇਹਨਾਂ ਨੂੰ ਖੁਰਕ ਹੋ ਜਾਣੀ ਹੈ। ਉਹ ਖੁਣਸ਼ ਧਾਰ ਜੋਗੀਆਂ ਸ਼੍ਰੀ ਗੁਰੂ ਕਰੀ ਵਿਚਾਰ। ਇਹ ਗੁਰੂ ਅੰਗਦ ਸਾਹਿਬ ਦੇ ਨਾਲ ਈਰਖਾ ਵਸ ਇੱਕ ਹੁੰਦਾ ਹੈ ਵਿਚਾਰ ਕਰਨੀ, ਵਿਚਾਰ ਵਿੱਚੋਂ ਕੋਈ ਤੱਤ ਸਾਰ ਕੱਢਣਾ ਤੇ ਜ਼ਿੰਦਗੀ ਵਿੱਚ ਧਾਰਨ ਕਰ ਲੈਣਾ ਤੇ ਜ਼ਿੰਦਗੀ ਨੂੰ ਸਫਲਾ ਬਣਾਉਣਾ। ਇਹ ਗੁਰੂ ਅੰਗਦ ਸਾਹਿਬ ਦੇ ਨਾਲ ਵਿਚਾਰ ਕਰਨ ਨਹੀਂ ਆਏ ਵੀ ਕੋਈ ਸੱਚੇ ਪਾਤਸ਼ਾਹ ਸਮੇਂ ਦੇ ਅਵਤਾਰ ਨੇ, ਗੁਰੂ ਪੀਰ ਨੇ, ਵਿਚਾਰ ਕਰੀਏ, ਨਹੀਂ, ਈਰਖਾ ਕਰਨ ਆ ਗਏ ਨੇ। ਜਿਸ ਤਰ੍ਹਾਂ ਉਹ ਖਾਦੀ ਖੁਣਸ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉੱਠੇ ਆਏ। ਬੋਲੇ ਜੋਗੀ ਭੰਗਰ ਨਾ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਜਿੱਦਾਂ ਗੁਰੂ ਨਾਨਕ ਸਾਹਿਬ ਅਚਲ ਸਾਹਿਬ ਬਟਾਲੇ ਲਾਗੇ ਬੈਠੇ ਸੀ ਤੇ ਜੋਗੀ ਈਰਖਾ ਵਸ ਹੋ ਕੇ ਬਾਬੇ ਨਾਲ ਗੋਸ਼ਟ ਕਰਨ ਆ ਗਏ। ਉਹ ਲੰਮੀ ਸਾਖੀ ਆਪਾਂ ਉਧਰ ਨਹੀਂ ਜਾਣਾ। ਇਸੇ ਤਰ੍ਹਾਂ ਅੱਜ ਖਡੂਰ ਸਾਹਿਬ ਦੀ ਧਰਤੀ ਉੱਤੇ ਜੋਗੀ ਆਏ ਨੇ ਤੇ ਖੁਣਸ਼ ਧਾਰ ਜੋਗੀਆਂ ਸ਼੍ਰੀ ਗੁਰੂ ਕਰੀ ਵਿਚਾਰ। ਕੀ ਵਿਚਾਰ ਕੀਤੀ ਗੁਰੂ ਅੰਗਦ ਸਾਹਿਬ ਦੇ ਨਾਲ ਜੋਗੀਆਂ ਨੇ? ਗੋਰਖ ਆਦ ਗੁਰੂ ਹੈ ਗ੍ਰਸਤ ਨ ਕਬਹੂ ਧਾਰ। ਕਹਿ ਲੱਗੇ ਵੱਡੇ ਵੱਡੇ ਜੋਗੀ ਧਰਤੀ ਤੇ ਹੋ ਗਏ, ਗੋਰਖਨਾਥ ਵਰਗੇ, ਕਿਸੇ ਨੇ ਗ੍ਰਸਤ ਨਹੀਂ ਧਾਰਨ ਕੀਤਾ ਤੇ ਤੁਸੀਂ ਗ੍ਰਸਤੀ ਹੁੰਦਿਆਂ ਹੋਇਆਂ ਗੁਰੂ ਕਿਵੇਂ ਬਣ ਗਏ ਹੋ? ਇਹ ਇਹਨੂੰ ਕਹਿੰਦੇ ਈਰਖਾ। ਇੱਕ ਹੋਰ ਗੱਲ ਹੈ, ਆਪਣੇ ਈਰਖਾ ਬੰਦਾ ਪਤਾ ਕਿੱਥੇ ਕਰਦਾ ਹੈ? ਜਿਹੜਾ ਆਪ ਤੋਂ ਮੇਰੇ ਤੋਂ ਜਿਹੜਾ ਅੱਗੇ ਜਾਂਦਾ ਦਿਖ ਰਿਹਾ ਨਾ, ਜਾਂ ਨਿਕਲ ਗਿਆ ਅੱਗੇ, ਉਹਦੇ ਨਾਲ ਬੰਦਾ ਈਰਖਾ ਕਰਦਾ ਹੈ। ਈਰਖਾ ਦਾ ਇੱਕੋ ਹੀ ਕਾਰਨ ਹੈ ਭਾਈ ਕਿ ਆਪ ਤੋਂ ਜਿਹੜਾ ਅੱਗੇ ਬੰਦਾ ਅਸੀਂ ਉਸ ਨਾਲ ਈਰਖਾ ਕਰਦੇ ਹਾਂ। ਉਹ ਜਿੱਦਾਂ ਕਿਸੇ ਨੇ ਕਿਹਾ ਸੀ ਨਾ ਵੀ ਜਦੋਂ ਹਾਥੀ ਆਵੇ ਨਾ ਪਿੰਡਾਂ 'ਚ, ਪੁਰਾਣੇ ਸਮੇਂ 'ਚ ਹਾਥੀ ਲੈ ਕੇ ਆਉਂਦੇ ਹੁੰਦੇ ਸੀ ਲੋਕੀ, ਜੋਗੀ ਆਦਿਕ, ਤੇ ਕੁੱਤਿਆਂ ਨੇ ਇਕੱਠੇ ਹੋ ਕੇ ਭੌਂਕਣਾ। ਕਿਸੇ ਨੇ ਕਿਹਾ ਵੀ ਯਾਰ ਇਹ ਕੁੱਤੇ ਕਿਉਂ ਭੌਂਕਦੇ ਆ? ਹਾਥੀ ਤੇ ਕੁੱਤਿਆਂ ਨੂੰ ਕੁਝ ਕਹਿੰਦਾ ਹੀ ਨਹੀਂ ਤੇ ਨਾ ਉਹਨਾਂ ਦਾ ਹੱਕ ਖਾਂਦਾ। ਉਹ ਤੇ ਪਿੰਡ 'ਚ ਆਉਂਦਾ ਤੇ ਨਿਕਲ ਜਾਂਦਾ ਮੁੜ ਕੇ, ਤੇ ਇਹ ਕੁੱਤੇ ਕਿਉਂ ਭੌਂਕਦੇ ਆ? ਕਿਸੇ ਨੇ ਕਿਹਾ ਵੀ ਇਹਨਾਂ ਦਾ ਹੱਕ, ਕੁੱਤਿਆਂ ਦਾ ਹੱਕ ਹਾਥੀ ਨਹੀਂ ਖਾਂਦਾ। ਪਤਾ ਕੁੱਤੇ ਕਿਸ ਗੱਲ ਤੋਂ ਦੁਖੀ ਹੋ ਕੇ ਭੌਂਕਦੇ ਆ? ਕੁੱਤੇ ਇਸ ਕਰਕੇ ਭੌਂਕਦੇ ਆ ਵੀ ਜਦੋਂ ਅਸੀਂ ਪਿੰਡ ਵਿੱਚ ਵੜਦੇ ਆ ਤੇ ਲੋਕੀ ਰੋੜੇ ਮਾਰਦੇ, ਢੀਮਾ ਮਾਰਦੇ, ਡੰਡੇ ਮਾਰਦੇ ਆ, ਤੇ ਇਹ ਹਾਥੀ ਆਇਆ ਤੇ ਇਹਨੂੰ ਲੋਕੀ ਹੱਥ ਜੋੜ ਕੇ ਖਲੋਤੇ ਆ। ਇਹ ਜਿਹੜੇ ਹੱਥ ਜੋੜ ਕੇ ਖਲੋਤੇ ਆ ਨਾ ਹਾਥੀ ਅੱਗੇ, ਅਸੀਂ ਇਸ ਗੱਲ ਤੋਂ ਦੁਖੀ, ਇਹਨੂੰ ਕੋ ਲੋਕੀ ਹੱਥ ਜੋੜਦੇ, ਮੱਥਾ ਟੇਕਦੇ ਆ। ਹੋਰ ਸਾਡਾ ਹੱਕ ਨਹੀਂ ਖਾਂਦਾ ਹਾਥੀ। ਸਾਨੂੰ ਇਸ ਗੱਲ ਦਾ ਦੁੱਖ ਆ ਵੀ ਸਾਨੂੰ ਲੋਕੀ ਵੱਟੇ ਮਾਰਦੇ ਆ ਤੇ ਹਾਥੀ ਨੂੰ ਲੋਕੀ ਮੱਥਾ ਟੇਕਦੇ ਆ। ਇਹ ਕਿਉਂ ਟੇਕਦੇ ਆ? ਈਰਖਾ ਕਰਦੇ ਨੇ ਕੁੱਤੇ ਵੀ। ਤੇ ਜੇ ਕੁੱਤੇ ਈਰਖਾ ਕਰਨ ਤੇ ਬੰਦੇ ਕਿਉਂ ਨਾ ਕਰਨ?
ਉਹ ਕਹਿਣ ਲੱਗੇ ਗੋਰਖਿਆਦ ਗੋਰਖਿਆਦ ਗੁਰੂ ਹੈ ਗ੍ਰਸਤ ਨਾ ਕਬਹੂ ਧਾਰ। ਏਡੇ ਏਡੇ ਵੱਡੇ ਜੋਗੀ ਹੋ ਗਏ, ਧਰਤੀ ਉੱਤੇ ਕਿਸੇ ਨੇ ਗ੍ਰਸਤ ਨਹੀਂ ਧਾਰਨ ਕੀਤਾ, ਤੇ ਤੁਸੀਂ ਗੁਰੂ ਅੰਗਦ ਸੱਚੇ ਪਾਤਸ਼ਾਹ ਗ੍ਰਸਤੀ ਹੋ, ਤੁਹਾਡੀ ਧਰਮ ਪਤਨੀ ਆ, 4 ਬੱਚੇ ਨੇ, ਤੇ ਤੁਸੀਂ ਆਪਣੇ ਆਪ ਨੂੰ ਗੁਰੂ ਕਿਵੇਂ ਖਵਾ ਰਹੇ ਹੋ? ਤੇ ਸਾਡੇ ਜੋਗੀ ਨੂੰ ਤੁਸੀਂ ਮਰਵਾ ਛੱਡਿਆ ਪਿੰਡ ਦੇ ਵਿੱਚ। ਤੇ ਗੁਰੂ ਅੰਗਦ ਸਾਹਿਬ ਕਹਿਣਗੇ ਭਾਈ ਗ੍ਰਸਤ ਕਿਉਂ ਨਹੀਂ ਧਾਰਨ ਕਰਨੀ? ਤੇ ਕਹਿਣ ਲੱਗੇ ਗ੍ਰਸਤ ਵੱਡੋ ਜੰਜਾਲ ਹੈ। ਜੋਗੀ ਕਹਿਣ ਲੱਗੇ ਗ੍ਰਸਤ ਇਹੋ ਜਿਹਾ ਜਾਲ ਵਾ ਜਿਹੜਾ ਜਦੋਂ ਜਾਲ ਵਿੱਚ ਕੋਈ ਫਸ ਜੇ ਤੇ ਨਿਕਲਦਾ ਨਹੀਂ ਨਾ। ਇਹ ਗ੍ਰਸਤ ਬਹੁਤ ਵੱਡਾ ਜੰਜਾਲ ਹੈ। ਤੇ ਜਦੋਂ ਕੋਈ ਗ੍ਰਸਤ ਕੁਟੰਬ ਵਿੱਚ ਮਹਾਰਾਜ ਨੇ ਬਚਨ ਵੀ ਕੀਤਾ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਜਦੋਂ ਬੰਦਾ ਗ੍ਰਸਤ ਵਿੱਚ ਫਸ ਜਾਂਦਾ ਨਾ ਭਾਈ, ਤੇ ਕਦੀ ਖੁਸ਼ੀ ਆ ਜਾਂਦੀ, ਕਦੀ ਗਮੀ ਆ ਜਾਂਦੀ, ਕਦੀ ਪੁੱਤ ਜੰਮ ਪਿਆ, ਤੇ ਕਦੀ ਕੋਈ ਜੀ ਦਾ ਘਰ ਦਾ ਕੋਈ ਜੀ ਮਰ ਗਿਆ। ਇਹ ਦੋਵੇਂ ਤਰ੍ਹਾਂ ਕੰਮ ਮੁੜ ਕੇ ਚੱਲਣਾ। ਤੇ ਮਹਾਰਾਜ ਕਹਿੰਦੇ, ਜੋਗੀ ਕਹਿੰਦੇ ਗ੍ਰਸਤ ਵੱਡੋ ਜੰਜਾਲ ਹੈ। ਤੇ ਕਹਿੰਦੇ ਇਹ ਜਿਹੜਾ ਜਿੱਦਾਂ ਗੁਰੂ ਕਾ ਬਚਨ ਹੀ ਆਉਂਦਾ ਕਿ ਪੁੱਤਰ ਕਲਤਰ ਗ੍ਰਸਤ ਕਾ ਫਾਸਾ। ਗ੍ਰਸਤ ਜਿਹੜੀ ਬਹੁਤ ਵੱਡੀ ਫਾਈ ਆ, ਜਦੋਂ ਬੰਦਾ ਫਸ ਜਾਂਦਾ ਫਿਰ ਇਹ ਕਾਹੇ ਜੋਗਾ ਨਹੀਂ ਰਹਿੰਦਾ। ਤੇ ਮਹਾਰਾਜ ਕਹਿੰਦੇ ਭਾਈ ਤੁਸੀਂ ਗ੍ਰਸਤ ਨੂੰ ਏਡਾ ਵੱਡਾ ਜੰਜਾਲ ਕਿਉਂ ਮੰਨਦੇ ਹੋ? ਗੁਰੂ ਅੰਗਦ ਸਾਹਿਬ ਕਹਿਣ ਲੱਗੇ ਗ੍ਰਸਤ ਵੱਡੋ ਜੰਜਾਲ ਹੈ, ਹੋਏ ਨਾ ਮਨ ਇਕਰਾਰ। ਤੇ ਜਿਹਦਾ ਮਨ ਧੰਦਿਆਂ 'ਚ ਫਸ ਗਿਆ, ਗ੍ਰਸਤ ਵਿੱਚ ਫਸ ਗਿਆ, ਪਰਿਵਾਰ ਵਿੱਚ ਫਸ ਗਿਆ, ਉਹਦਾ ਮਨ ਇਕਾਗਰ ਨਹੀਂ ਹੋ ਸਕਦਾ। ਤੇ ਤੁਸੀਂ ਗ੍ਰਸਤੀ ਹੁੰਦਿਆਂ ਗੁਰੂ ਕਿਵੇਂ ਬਣ ਗਏ? ਤੇ ਦੂਸਰੀ ਗੱਲ ਉਹਨਾਂ ਨੇ ਕਹੀ ਵੀ ਦਸਮ ਦਵਾਰ ਨਾ ਕਬਹੂ ਖੁੱਲੇ। ਅੱਜ ਆਪਾਂ ਦਸਮ ਦਵਾਰ ਤੇ ਵਿਚਾਰ ਕਰਨੀ ਥੋੜੀ ਜੀ। ਕਹਿਣਗੇ ਜਿਸ ਬੰਦੇ ਦਾ ਮਨ ਧੰਦਿਆਂ 'ਚ ਫਸ ਗਿਆ, ਧੰਦਾ ਕਰਤਾ ਨੇਫਲ ਜਨਮ ਗਵਾਇਆ। ਹਾਂਜੀ, ਤੇ ਦਸਮ ਦਵਾਰ ਨਾ ਕਬਹੂ ਖੁੱਲੇ। ਜਿਹੜਾ ਬੰਦਾ ਜੰਜਾਲ 'ਚ ਫਸ ਗਿਆ, ਗ੍ਰਸਤ 'ਚ ਫਸ ਗਿਆ, ਧੰਦਿਆਂ 'ਚ ਫਸ ਗਿਆ, ਤੇ ਜੋਗੀ ਗੁਰੂ ਅੰਗਦ ਸਾਹਿਬ ਨੂੰ ਕਹਿਣਗੇ ਖੁੱਲੇ ਨਾ ਦਸਮ ਦਵਾਰ। ਦਸਮ ਦਵਾਰ ਨਾ ਕਬਹੂ ਟਿਕੇ। ਉਹਦਾ ਮਨ 10ਵੇਂ ਦਵਾਰ 'ਚ ਨਹੀਂ ਟਿਕ ਸਕਦਾ ਜਿਹਦਾ ਧੰਦਿਆਂ 'ਚ ਫਸ ਗਿਆ। ਤੇ ਨਾ ਦਸਮ ਦਵਾਰ ਨਾ ਕਬਹੂ ਟਿਕੇ, ਨਾ ਭਜੰਗਨ ਨਾੜੀ ਮਾਰ। ਕਹਿੰਦੇ ਅਸੀਂ ਜਿਹੜੀ ਸਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਇੱਕ ਨਾੜੀ ਆ, ਉਸ ਨਾੜੀ ਨੂੰ ਸਾਧ ਕੇ ਜੋਗੀ ਕੀ ਕਰਦੇ ਨੇ, ਉਹਨੂੰ ਕਹਿੰਦੇ ਨੇ ਭੁਜੰਗਮ ਨਾੜੀ। ਉਸ ਨਾੜੀ ਨੂੰ ਸਾਧ ਕੇ ਜੋਗੀ ਆਪਣੇ ਮਨ ਨੂੰ ਦਸਮ ਦਵਾਰ 'ਚ ਲੈ ਜਾਂਦੇ ਨੇ। ਤੇ ਜੋਗੀ ਕਹਿਣ ਲੱਗੇ ਵੀ ਦਸਮ ਦਵਾਰ ਨਾ ਕਬਹੂ ਟਿਕੇ। ਗ੍ਰਸਤੀ ਬੰਦੇ ਦਾ ਮਨ 10ਵੇਂ ਦਵਾਰ 'ਚ ਟਿਕ ਨਹੀਂ ਸਕਦਾ। ਨਾ ਭੁਜੰਗਮ ਨਾੜੀ ਮਾਰ, ਤੇ ਨਾ ਉਹ ਆਪਣੀ ਨਾੜੀ ਨੂੰ ਖੋਲ ਸਕਦੇ ਨੇ। ਤੇ ਫਿਰ ਇੱਕ ਹੋਰ ਫਿਰ ਮਹਾਰਾਜ ਨੇ ਫਿਰ ਅੱਗੇ ਜਿਹੜਾ ਹੁਣ ਧੰਨ ਗੁਰੂ ਅੰਗਦ ਸਾਹਿਬ ਨੂੰ ਇਹ ਸਵਾਲ ਜੋਗੀਆਂ ਨੇ ਕਰ ਦਿੱਤੇ। ਫਿਰ ਮਹਾਰਾਜ ਅੰਮ੍ਰਿਤ ਬਚਨ ਸ਼੍ਰੀ ਮੋ ਗੁਰੂ ਕਹੈ। ਉਹ ਤਾਂ ਈਰਖਾਵਸ ਹੋ ਕੇ ਆਏ ਸੀ ਗੁਰੂ ਅੰਗਦ ਸਾਹਿਬ ਦੇ ਦਰ ਤੇ, ਤੇ ਕਹਿਣ ਲੱਗੇ ਤੁਸੀਂ ਗ੍ਰਸਤੀ ਹੋ ਕੇ ਗੁਰੂ ਕਿਵੇਂ ਖਵਾ ਲਿਆ? ਤੇ ਵੱਡੇ ਵੱਡੇ ਮਹਾਂਪੁਰਖ ਧਰਤੀ ਤੇ ਹੋਏ ਨੇ, ਉਹਨਾਂ ਨੇ ਗ੍ਰਸਤ ਨਹੀਂ ਧਾਰਨ ਕੀਤਾ, ਤੁਸੀਂ ਗ੍ਰਸਤ ਕਿਵੇਂ ਧਾਰਨ ਕਰ ਲਿਆ? ਤੇ ਤੁਸੀਂ ਗੁਰੂ ਕਿਵੇਂ ਖਵਾ ਲਿਆ? ਤੇ ਗ੍ਰਸਤੀ ਬੰਦੇ ਦਾ ਮਨ ਨਹੀਂ ਟਿਕ ਸਕਦਾ। ਹੁਣ ਤੇ ਬੜੇ ਜਲੇ ਹੋਏ ਨੇ, ਸੜੇ ਹੋਏ ਨੇ ਜੋਗੀ ਜਿਹੜੇ ਬੈਠੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ। ਅੰਮ੍ਰਿਤ ਬਚਨ ਸ਼੍ਰੀ ਗੁਰੂ ਕਹੇ। ਤੇ ਗੁਰੂ ਅੰਗਦ ਸਾਹਿਬ ਬੜੇ ਠੰਡੇ ਸਨ, ਉਹ ਤਪਦੇ ਨਹੀਂ ਸਨ। ਅੱਜ ਦੁਨੀਆ ਬੜੀ ਤਪ ਗਈ ਆ। ਕਿਉਂ? ਕੋਈ ਨਾਮ ਨਹੀਂ ਜਪਦਾ, ਕੋਈ ਸੰਗਤ ਵਿੱਚ ਨਹੀਂ ਬਹਿੰਦਾ, ਤੇ ਫੜ ਲਓ ਜੀ ਫਿਰ ਤਪ ਤਪਾਈ ਹੋਰ ਕੀ ਆ। ਸ਼੍ਰੀ ਗੁਰੂ ਅੰਮ੍ਰਿਤ ਬਚਨ ਸ਼੍ਰੀ ਗੁਰੂ ਕਹੈ, ਜੇ ਬੁੱਝੇ ਅਗਨ ਕਰੋਧ। ਇਹੋ ਜਿਹੇ ਬਚਨ ਧੰਨ ਗੁਰੂ ਅੰਗਦ ਸਾਹਿਬ ਨੇ ਉਹਨਾਂ ਜੋਗੀਆਂ ਨੂੰ ਕਹੇ ਕਿ ਉਹ ਠੰਡੇ ਹੋ ਗਏ। ਜਿਸ ਤਰ੍ਹਾਂ ਆਉਂਦਾ ਨਾ ਕਿ
ਜਿੱਦਾਂ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਆਉਂਦਾ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ। ਉਹ ਕ੍ਰੋਧ ਕਰਦੇ ਸਨ, ਉਹ ਬਾਬਾ ਗੁਰੂ ਨਾਨਕ ਸਾਹਿਬ ਜੀ ਨਾਲ ਲੜਦੇ ਸਨ। ਗੁਰੂ ਨਾਨਕ ਸਾਹਿਬ ਨਹੀਂ ਸੀ ਲੜਦੇ ਉਹਨਾਂ ਨਾਲ, ਸ਼ਬਦ ਨਾਲ ਹੀ ਉਹਨਾਂ ਨੂੰ ਜਿੱਤ ਲੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ। ਉਹ ਅੰਮ੍ਰਿਤ ਬਚਨ ਸ੍ਰੀ ਗੁਰੂ ਕਹੈ ਜੇ ਬੁੱਝੇ ਅਗਨ ਕਰੋੜ। ਉਹ ਜੇ ਬਚਨ ਗੁਰੂ ਅੰਗਦ ਸਾਹਿਬ ਨੇ ਕਹੇ ਜਿਨ੍ਹਾਂ ਨਾਲ ਜੋਗੀਆਂ ਦੀ ਅਗਨ ਬੁੱਝ ਗਈ। ਉਦਾਂ ਤੇ ਭਾਈ ਗੁਰਦਾਸ ਨੇ ਲਿਖਿਆ ਪਏ ਸਿੱਧਾ ਅਗਨ ਨਾ ਬੁਝੇ ਬੁਝਾਇਆ। ਇੱਥੇ ਹੁਣ ਗੁਰੂ ਅੰਗਦ ਸਾਹਿਬ ਨੇ ਪਹਿਲਾ ਬਚਨ ਉਹਨਾਂ ਨੂੰ ਕਿਹਾ ਸਾਧਨ ਤੇ ਗੁਰੂ ਵੱਡੋ ਹੈ। ਕਹਿ ਲਗੇ ਤੁਸੀਂ ਸਾਧਨਾ ਕਰ ਕਰਕੇ, ਘੋਰ ਤਪੱਸਿਆ ਕਰ ਕਰਕੇ, 100 ਸਿਆਪੇ ਕਰਕੇ ਤੇ ਆਪਣੇ ਮਨ ਨੂੰ ਟਿਕਾਉਂਦੇ ਹੋ ਨਾ, ਤੇ ਇਹਨਾਂ ਸਾਰੀਆਂ ਸਾਧਨਾ ਦੇ ਨਾਲੋਂ ਗੁਰੂ ਦੀ ਬਖਸ਼ਿਸ਼ ਵੱਡੀ ਹੈ। ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਨਾ ਵੀ ਕੋਟ ਜਨਮ ਕਾ ਪੈਂਡਾ ਗੁਰੂ ਖਿਰਮੇ ਦਿਓ ਮਕਾਏ। ਜਿਹੜਾ ਆਤਮਾ ਪਰਮਾਤਮਾ ਨੂੰ ਮਿਲਾਉਣਾ ਜਾਂ ਦਸਮ ਦਵਾਰ ਦੇ ਵਿੱਚ ਜਿਹੜਾ ਜਾਣਾ ਹੈ ਨਾ, ਇਹ ਬੜਾ ਮੁਸ਼ਕਿਲ ਬਾਤ ਹੈ। ਜਿੱਦਾਂ ਕਬੀਰ ਸਾਹਿਬ ਨੇ ਨਹੀਂ ਕਿਹਾ ਵੀ ਉਹ ਕਬੀਰ ਮੁਕਤ ਦਵਾਰਾ ਮੋਕਲਾ ਸਹਿਜੇ ਆਓ ਜਾਓ। ਜਦੋਂ ਗੁਰੂ ਕਿਰਪਾ ਕਰ ਜਾਂਦਾ ਫਿਰ ਦਸਮ ਦਵਾਰ ਜਾਣਾ ਬੜਾ ਸੌਖਾ ਹੋ ਜਾਂਦਾ, ਤੇ ਜਦੋਂ ਗੁਰੂ ਕਿਰਪਾ ਨਾ ਕਰੇ ਤੇ ਫਿਰ ਉਹਨਾਂ ਚਿਰ ਦਵਾਰ ਖੁੱਲਦਾ ਹੀ ਨਹੀਂਗਾ। ਤੇ ਮਹਾਰਾਜ ਕਹਿੰਦੇ ਸਭ ਸਾਧਨ ਤੇ ਗੁਰੂ ਵੱਡੋ ਹੈ। ਕਹਿਣ ਲੱਗੇ ਜੋਗਿਓ ਤੁਸੀਂ ਭੁਜੰਗ ਮਨਾੜੀਆਂ ਸਾਰ ਸਾਧ ਕੇ ਤੇ ਸਵਾਸਾਂ ਨੂੰ ਟਿਕਾ ਕੇ ਦਸਮ ਦਵਾਰ ਵਿੱਚ ਜਾਂਦੇ ਹੋ ਤੇ ਦਸਵਾਂ ਦਵਾਰ ਖੋਲ ਲੈਂਦੇ ਹੋ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਸਾਧਨ ਤੇ ਗੁਰੂ ਵੱਡੋ ਹੈ ਜੇ ਹੱਥ ਰਿੱਧ ਸਿੱਧ ਸਭ ਧਾਰ। ਤੁਸੀਂ ਰਿੱਧੀਆਂ ਸਿੱਧੀਆਂ ਪਿੱਛੇ ਜਾਂਦੇ ਫਿਰਦੇ ਹੋ ਤੇ ਗੁਰੂ ਦੇ ਹੱਥ ਵਿੱਚ ਸਾਰੀਆਂ ਸਿੱਧੀਆਂ ਨੇ। ਇਹਨਾਂ ਨੂੰ ਆਪਣੇ ਗੁਰੂ ਤੇ ਮਾਣ ਨਹੀਂ ਹੈ, ਗੁਰੂ ਦੀ ਕਿਰਪਾ ਤੇ ਕੋਈ ਭਰੋਸਾ ਨਹੀਂ ਹੈ। ਜੋਗੀਆਂ ਨੂੰ ਆਪਣੀ ਸਾਧਨਾ ਉੱਤੇ ਮਾਣ ਆ ਵੀ ਐਡੀਆਂ ਉਮਰਾਂ ਲੰਮੀਆਂ ਸੀ ਕਰ ਲੀਆਂ, ਇੰਨੇ ਤਪ ਸਾਧ ਲਏ, ਸਾਨੂੰ ਆਪਣੇ ਆਪ ਤੇ ਕੀਤੀ ਤੇ ਮਾਣ ਹੈ। ਤੇ ਜਿਸ ਤਰ੍ਹਾਂ ਉਹੀ ਰਹਿ ਰਾਹ ਦਾ ਪਾਠ ਨਹੀਂ ਕਰਦੇ ਕਿ ਸਭ ਨਿਧਾਨ 10 ਅਸ਼ਟ ਸਿਧਾਨ ਠਾਕਰ ਕਰ ਦਲ ਧਰਿਆ। ਇਹ ਤੇ ਰੱਬ ਦੇ ਹੱਥ ਤੇ ਪਈਆਂ ਹੋਈਆਂ ਰਿੱਧੀਆਂ ਸਿੱਧੀਆਂ ਨੇ, ਤੇ ਜੋਗੀਓ ਤੁਸੀਂ 100 ਸਿਆਪੇ ਕਰਕੇ ਰਿੱਧੀਆਂ ਸਿੱਧੀਆਂ ਕਰਦੇ ਹੋ। ਤੇ ਦੂਸਰਾ ਉਹਨਾਂ ਨੇ ਕਿਹਾ ਸੀ ਵੀ ਦਸਮ ਦਵਾਰ ਨਾ ਕਬਹੂ ਟਿਕੇ ਨਾ ਭੁਜੰਗਮ ਨਾੜੀ ਮਾਰ। ਜਿੰਨਾ ਚਿਰ ਤੁਸੀਂ ਗ੍ਰਸਥ ਧਰਮ ਦਾ ਤਿਆਗ ਨਹੀਂ ਕਰਦੇ ਤੇ ਸਾਧਨਾ ਨਹੀਂ ਕਰਦੇ ਤੇ ਦਸਮ ਦਵਾਰ ਖੁੱਲਦਾ ਨਹੀਂ ਹੈ ਤੇ ਨਾ ਭੁਜੰਗਮ ਨਾੜੀ ਸਾਧੀ ਜਾਂਦੀ ਆ। ਇਹ ਗੁਰੂ ਅੰਗਦ ਸਾਹਿਬ ਦੇ ਨਾਲ ਬਚਨ ਕਰ ਰਹੇ ਜੋਗੀ। ਉੱਥੇ ਫਿਰ ਮਹਾਰਾਜ ਨੇ ਉਹਨਾਂ ਨੂੰ ਜਿਹੜਾ ਕਿ ਬਚਨ ਅਸੀਂ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਦਾ ਹੁੰਦਾ ਨਾ ਕਿ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਬਾਹਰ ਕਹਿੰਦੇ ਕੋਈ ਪਾਠੀ ਵੀ ਹੋ ਗਿਆ ਵਾ, ਕਥਾ ਵੀ ਕਰਨ ਲੱਗ ਪਿਆ ਵਾ, ਤੇ ਜੋਗੀਆਂ ਵਾਲੇ ਸਾਧਨ ਕਰਕੇ ਕੋਈ ਭੁਜੰਗਮ ਨਾੜੀ ਨੂੰ ਵੀ ਸਾਧ ਲਿਆ ਕੋਈ ਨੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾਂ ਕੋ ਸੰਗ ਨਾ ਛੁਟਕਿਓ। ਭੁਜੰਗਮ ਨਾੜੀ ਖੋਲਣ ਦੇ ਨਾਲ ਕੋਈ ਕ੍ਰੋਧ ਤੋਂ ਥੋੜਾ ਛੁਟਕਾਰਾ ਹੋ ਜਾਣਾ ਹੈ, ਕੋਈ ਵਾਸ਼ਨਾ ਤੋਂ ਥੋੜਾ ਛੁਟਕਾਰਾ ਹੋ ਜਾਣਾ ਹੈ। ਇਹ ਤਾਂ ਰਹਿਣੀਆਂ ਹੀ ਨੇ। ਦੋ ਤਰੀਕੇ ਨੇ ਭਾਈ ਦਸਮ ਦਵਾਰ 'ਚ ਜਾਣ ਦੇ। ਇੱਕ ਤੇ ਜੋਗੀਆਂ ਵਾਲਾ ਤਰੀਕਾ ਵਾ, ਭੁਜੰਗਮ ਨਾੜੀ ਨੂੰ ਸਾਧ ਕੇ ਤੇ ਦਸਮ ਦਵਾਰ 'ਚ ਜਾਓ। ਤੇ ਜਿਹੜਾ ਗੁਰਮਤਿ ਨੇ ਦੱਸਿਆ ਉਹ ਹੋਰ ਵਾ। ਜੋਗੀਆਂ ਵਾਲਾ ਤਰੀਕਾ ਗੁਰੂ ਅਮਰਦਾਸ ਮਹਾਰਾਜ ਨੇ ਕਹਿੰਦੇ ਆ ਵੀ ਮਨ ਨਿਰਮਲ ਨਹੀਂ ਦਸਵੇਂ ਦਵਾਰ, ਬਸਤਰ ਉਤਾਰ ਦਿਗੰਬਰ ਹੋਗ। ਕੋਈ ਬੰਦਾ ਬਸਤਰ ਵੀ ਛੱਡ ਗਿਆ, ਗ੍ਰਸਤ ਵੀ ਛੱਡ ਗਿਆ, ਆਪਣੇ ਸਰੀਰ ਤੋਂ ਕੱਪੜੇ ਵੀ ਛੱਡ ਗਿਆ
बस्त्र उतार दिबंगर होग, क्या जटा धार क्या कमावे जोग। मन निर्मल नहीं, कोई वड़ा वड़ा जटाधारी साधु भी हो गया, कोई वस्त्रां दा त्याग भी कर गया, ते मारे कहंदे कोई दसम दवार विच भी चल गया, ते मन निर्मल नहीं दसवें द्वार। भ्रम भ्रम आवे मूड़ा वारो वार। मार कहंदे जोगियो तुसी भुजंगम नाड़ी साध के दसम दवार विच भी चल गए, ते पार उतारा तो होना ही नहीं है, मन ते निर्मल होना ही नहीं गा। क्यों? तुसी जांदे दसम दवार दे विच दो तरीके मैं कह रहा सी जानदे आ भाई। एक ते जोगी जिहड़े जांदे आ वो जिंदरा तोड़ के जांदे आ, कठिन साधना करके ते दसम दवार विच प्रवेश कर जाना। ये जोगी कर सकदे, गृहस्थी नहीं कर सकदा। ते मार कहंदे तुसी दसम दवार दे लगा जिहड़ा बाहर ताला, वो ताला खोलदे नहीं, तुसी खोलदे नहीं, तुसी तोड़ के अंदर चले जांदे हो। ते जिहड़ा तोड़दे दरवाजा वो चोर हुंदा है, जिहड़ा खोले वो मालक हुंदा है, साध हुंदा है, ते जिहड़ा दसम दवार नूं तोड़ दिंदा है वो चोर हुंदा है। ते महाराज कहंदे तुसी दसम दवार विच तोड़ के जांदे हो दसम दवार नूं, उहदा ताला। क्योंकि महाराज ने एक वचन कीता, जिसका गृह आ शरीर किसी ने बनाया वन, तिन दिया ताला कुंजी गुर सों पाई। ये गुरु अंगद साहब ने उत्थे एक श्लोक उच्चारण किया कि गुर कुंजी, ये जिहड़ा साडा दसवां दवार वा ना, इहदी जिहड़ी कुंजी आ ना, ये गुरु दे कोल वा। जिसका गृह तिन दिया ताला, जिन्हें कहते 9 द्वारे प्रगट किए 10वां गुप्त रखाया। वो गुप्त कह लो, उन्होंने जिंदरा लगा कह लो, कुछ भी कह लो। तो मार के जिसका गृह तिन दिया ताला कुंजी गुर सौं पाई। हुण ताले दी चाबी किसी दे कोल वा, ते जिहदे कोल चाबी नहीं, वो बूहे दे अगे खलोता होया वा, ते हुण तोड़ रहा जिंदरे नूं, ते मालक को चाबी आ, नौकर जिंदरा तोड़ सकदा है, ते जिहड़ा तोड़ूगा वो फड़िया जाऊगा। महाराज जिसका गृह तिन दिया ताला कुंजी गुर सौं पाई, अनक जतन करे नहीं पावै। ऐ जोगियो तुसी जिड्डे जिड्डे मर्जी जतन साधना कर लो, पानियां च खलो के तप कर लो, अगन धूणियां दफा लो, जल धारे कर लो, जो मर्जी कर लो, वो द्वार नहीं खुलना। क्योंकि ਉਹਦੀ चाबी नहीं है ਤੁਹਾਡੇ ਕੋਲ, चाबी गुरु को, गुरु ਨੂੰ ਤੁਸੀਂ ਮੰਨਦੇ नहीं हो, ਤੁਸੀਂ ਕਹਿੰਦੇ ਕੁਦਰਤੀ ਸਭ ਕੁਝ ਹੀ ਆ, मैं ही सब कुछ हुआ। हाँ जी, ਤੇ ਗੁਰੂ ਅੰਗਦ ਸਾਹਿਬ ਨੇ ਉੱਥੇ ਸ਼ਲੋਕ ਉਚਾਰਨ ਕੀਤਾ, ਗੁਰ ਕੁੰਜੀ, गुरु एक कुंजी है। गुरु को पूजन का विषय नहीं है भी गुरु दी धूफां टखाई जाओ ते गुरु की पूजा करी जाओ। गुरु एक कोई ज्ञान है, तुहानू कोई जिंदगी विच देना चाहुंदा है गुरु। गुरु कुंजी पाहू निवल, निवल कहंदे ने जिंदरे नूं। ये माया ने बहुत वड्डा जिंदरा मारिया दसम दवार दे बार बार। गुरु ते गुरु दे कोल कुंजी आ, माया माया दा मानो ये जिद्दां गुरु कुंजी पाहू निवल, पाहू कहंदे ने पाह नूं, ते निवल कहंदे ने जिंदरे नूं। इनू माया रूपी बहुत वड्डा जिंदरा लगा होया वा। मन कोठा तन छत, ये साडा मन जिहड़ा ना, मन कोठा वा, ते आ शरीर साडा उत्ते छत पिया होया, ते छत दे अंदर एक मन रहिंदा वा। फिर सुनियो, गुर कुंजी पाहू निवल, पाहू कहंदे ने पाह नूं। ये तन माया पाहया प्यारे, लीतड़ा लभ रंगाए, मेरे कंत ना पावे चोलड़ा प्यारे, क्यों तन सेजे जाए। हुण इस मन नूं माया दी पाह लग गई आ, पाहू निवल, ये मानो जिंदरा वज गया इस नूं, मन नूं। गुरु दे कोल कुंजी आ, मन कोठा तन छत, नानक गुर बिन मन का ताग ना उगड़े।
ਤੁਸੀਂ ਘੋਰ ਤਪ ਕਰ ਕਰਕੇ ਦਸਮ ਦਵਾਰ 'ਚ ਜਾਣਾ ਚਾਹੁੰਦੇ ਹੋ, ਮਨ ਨੂੰ ਖੋਲ੍ਹਣਾ ਚਾਹੁੰਦੇ ਹੋ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਮਨ ਖੁੱਲਣਾ। ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੇ। ਗੁਰੂ ਤੋਂ ਬਿਨਾ ਮਨ ਦਾ ਪਤਾ ਨਹੀਂ ਲੱਗਣਾ, ਮਨ ਫੜਿਆ ਨਹੀਂ ਜਾਣਾ, ਮਨ ਵਸ ਨਹੀਂ ਆਉਣਾ ਗੁਰੂ ਤੋਂ ਬਿਨਾ, ਤੇ ਦਸਮ ਦਵਾਰ ਖੁੱਲਣਾ ਨਹੀਂਗਾ ਗੁਰੂ ਤੋਂ ਬਿਨਾ। ਕਈ ਵੀਰ ਹੁਣ ਸਾਡੇ ਕਹਿੰਦੇ ਵੀ ਅਸੀਂ 2 ਸਾਲਾਂ 'ਚ ਦਸਮ ਦਵਾਰ ਖੋਲ ਦਿੰਦੇ ਜਾਂ ਤੁਹਾਡਾ ਖੁੱਲ ਜੂਗਾ। ਇਸ ਤਰ੍ਹਾਂ ਨਹੀਂ ਹੋਣਾ ਭਾਈ। ਉਹ 10ਵੇਂ ਦਵਾਰ ਨੂੰ ਸਹਿਜ ਘਰ ਕਹਿੰਦੇ ਨੇ, ਚੌਥਾ ਘਰ ਕਹਿੰਦੇ ਨੇ, ਤੁਰਿਆ ਪਦ ਕਹਿੰਦੇ ਨੇ, ਬੇਗਮਪੁਰਾ ਕਹਿੰਦੇ ਨੇ। ਬੇਗਮਪੁਰਾ ਕੋਈ ਬਾਹਰ ਨਹੀਂ ਹੈ। ਅਸੀਂ ਜੀ ਇਹ ਬੇਗਮਪੁਰਾ ਬਣਾਉਣਾ, ਧਰਤੀ ਉੱਤੇ ਕੋਈ ਬੇਗਮਪੁਰਾ ਨਹੀਂ ਬਣ ਸਕਦਾ। ਉਹਦੇ ਭਗਤ ਰਵਿਦਾਸ ਨੇ ਆਪਣੀ ਅੰਦਰ ਦੀ ਅਵਸਥਾ ਕੀ ਕਹੀ ਆ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਓ। ਨਾ ਤਸਵੀਸ ਖਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ। ਅਬ ਬੇ ਖੂਬ ਵਤਨ ਗਏ ਪਾਈ। ਮੈਨੂੰ ਕੋਈ ਵਤਨ ਮਿਲਿਆ, ਦੇਸ਼ ਮਿਲ ਗਿਆ, ਸਰੀਰ ਨੂੰ ਢੂੰਡਦਿਆਂ ਕੋਈ ਚੀਜ਼ ਮਿਲੀ ਹੋਈ ਮੈਨੂੰ। ਜਿੱਦਾਂ ਗੁਰੂ ਕੀ ਬਾਣੀ ਦਾ ਬਚਨ ਹੁੰਦਾ ਕਿ ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਜੋਤ। ਗੋਜ ਰਤਨ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਸਭ ਆਤਮ ਰਾਮ ਪਸਾਰਿਆ, ਇੱਕ ਸੁਣਿਆ ਇੱਕੋ ਇੱਕ ਮੰਨਿਆ, ਇੱਕ ਸੁਣਿਆ ਸਰਵਣ ਸਰੋਤ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਅਬ ਮੋਏ ਖੂਬ ਵਤਨ। ਵਤਨ ਕਹਿੰਦੇ ਨੇ ਦੇਸ਼ ਨੂੰ, ਸ਼ਹਿਰ ਨੂੰ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਕੋਈ ਸ਼ਹਿਰ ਮਿਲਿਆ। ਜਿੱਦਾਂ ਕਬੀਰ ਸਾਹਿਬ ਕਹਿੰਦੇ ਕੋਠੜੇ ਮੈਂ ਕੋਠਰੀ, ਪਰਮ ਕੋਠੀ ਵਿਚਾਰ। ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਲ। ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਇਹ ਫਿਰ ਨਾਮ ਜਪਦਿਆਂ ਗੁਰੂ ਦੀ ਸੇਵਾ ਕਰਦਿਆਂ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਕੋਈ ਅੰਦਰੋਂ ਟਿਕਾਣਾ ਮਿਲ ਗਿਆ। ਤੇ ਉਹ ਗੁਰੂ ਦੀ ਕਿਰਪਾ ਨਾਲ ਮਿਲਿਆ। ਤੇ ਜੋਗੀ ਗੁਰੂ ਦੀ ਕਿਰਪਾ ਨੂੰ ਮੰਨਦੇ ਨਹੀਂ, ਜੋਗੀ ਆਪਣੇ ਸਾਧਨ ਨੂੰ ਮੰਨਦੇ ਨੇ। ਤੇ ਮਹਾਰਾਜ ਕਹਿੰਦੇ ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੇ। ਗੁਰੂ ਦੀ ਕਿਰਪਾ ਤੋਂ ਬਿਨਾ ਮਨ ਦਾ ਦਰਵਾਜ਼ਾ ਖੁੱਲਣਾ ਨਹੀਂ ਹੈ। ਤੇ ਜੇ ਕੋਈ ਬੰਦਾ ਆਪਣੇ ਆਪ ਖੋਲੇ, ਜਿੱਦਾਂ ਜੋਗੀ ਖੋਲਦੇ ਸੀ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਅਵਰ ਨਾ ਕੁੰਜੀ ਹੱਥ। ਇਹ ਕਿਸੇ ਕੋ ਕੁੰਜੀ ਨਹੀਂ ਹੈ। ਤੇ ਤੋੜਿਆਂ ਤੇ ਜਿੰਦਰਾ ਟੁੱਟ ਸਕਦਾ। ਜੋਗੀ ਤੋੜ ਲੈਂਦੇ ਸੀ, ਦਸਮ ਦਵਾਰ 'ਚ ਚਲ ਜਾਂਦੇ ਸੀ। ਹੁਣ ਦੁਨੀਆਦਾਰ ਗ੍ਰਸਤੀ ਬੰਦਾ ਥੋੜਾ ਕੋਈ ਦਰਵਾਜ਼ੇ ਤੋੜ ਸਕਦਾ ਦਸਮ ਦਵਾਰ ਦੇ, ਮਾਇਆ ਦੇ। ਦੁੱਖ ਦਰਵਾਜ਼ਾ ਰੋ ਰਖਵਾਲਾ, ਆਸਾ ਅੰਦੇਸਾ ਦੋਏ ਪੱਟ ਜੜੇ। ਮਾਇਆ ਜਲ ਖਾਈ ਪਾਣੀ ਕਰ ਬਾਂਧਿਆ, ਸਤ ਕੇ ਆਸਨ ਪੁਰਖ ਰਹੇ। ਉਹ ਜਿਹੜਾ ਦਸਮ ਦਵਾਰ 'ਚ ਪਰਮੇਸ਼ਰ ਨੂੰ ਜਾ ਕੇ ਜਦੋਂ ਮਿਲਣ ਹੁੰਦਾ ਹੈ, ਉਹਦੇ ਬਾਹਰ ਬਹੁਤ ਵੱਡਾ ਕਵਾੜ ਲੱਗਾ ਹੋਇਆ ਵਾ। ਤੇ ਕਵਾੜ ਦੇ ਉੱਤੇ ਬਹੁਤ ਵੱਡਾ ਜਿੰਦਰਾ ਵੱਜਾ ਹੋਇਆ ਵਾ। ਤੇ ਜਿੰਦਰੇ ਦੀ ਚਾਬੀ ਗੁਰੂ ਦੇ ਕੋਲ ਵਾ। ਜਿਸ ਤਰ੍ਹਾਂ ਉਹ ਭਗਤ ਕਬੀਰ ਜੀ ਨਹੀਂ ਕਹਿੰਦੇ ਕਿ 10ਵੇਂ ਦਵਾਰ ਜਬ ਕੁੰਜੀ ਦੀਜੇ। ਭੰਨਿਆ ਨਹੀਂ ਉਹ ਕੁਛ ਮਿਲਣਾ। ਉਹ ਤੇ ਕੁੰਜੀ ਨਾ ਖੋਲੋਗੇ ਤੇ ਕੁਛ ਮਿਲ ਜਾਣਾ। 10ਵੇਂ ਦਵਾਰ ਜਬ ਕੁੰਜੀ ਦੀਜੇ ਤੋ ਦਿਆਲ ਕੋ ਦਰਸ਼ਨ ਕੀਜੇ। ਭਗਤ ਜੀ ਕਹਿੰਦੇ ਜਦੋਂ ਤੁਸੀਂ 10ਵੇਂ ਦਵਾਰ 'ਚ ਜਾਓਗੇ, ਕੁੰਜੀ ਗੁਰੂ ਕੋ ਲੈ ਕੇ, ਕੁੰਜੀ ਦੇ ਨਾਲ ਗੁਰੂ ਦਰਵਾਜ਼ਾ ਖੋਲ ਦੇਗਾ, ਫਿਰ ਰੱਬ ਦਾ ਮਿਲਣ ਹੋ ਜਾਏਗਾ। ਇਹ ਸ਼ਲੋਕ ਗੁਰੂ ਅੰਗਦ ਸਾਹਿਬ ਨੇ ਉਹਨਾਂ ਦੇ ਪ੍ਰਥਾਏ ਉਚਾਰਨ ਕੀਤਾ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ। ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਉੱਥੇ ਫਿਰ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਸਾਧਨ ਤੇ ਗੁਰੂ ਵੱਡੋ ਹੈ। ਤੁਹਾਡੀ ਸਾਧਨਾ ਨਾਲੋਂ, ਤੁਹਾਡੀ ਆਪਣੀ ਤਪੱਸਿਆ ਨਾਲੋਂ ਗੁਰੂ ਦੀ ਕਿਰਪਾ ਬਹੁਤ ਵੱਡੀ ਹੈ। ਸਾਧਨ ਤੇ ਗੁਰੂ ਵੱਡੋ ਹੈ। ਜੇ ਹੱਥ ਰਿੱਧ ਸਿੱਧ ਸਭ ਧਾਰ। ਜਿਹਦੇ ਹੱਥਾਂ ਉੱਤੇ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਤੇ ਤੁਸੀਂ ਕਰਾਮਾਤਾਂ ਦੇ ਪਿੱਛੇ ਤੁਰੇ ਫਿਰਦੇ ਹੋ। ਇਹ ਤੇ ਸਾਰੀਆਂ ਗੁਰੂ ਦੀ ਕਿਰਪਾ 'ਚ ਮਿਲ ਜਾਂਦੀਆਂ ਨੇ। ਜਿਸ ਤਰ੍ਹਾਂ ਗੁਰੂ ਅਮਰਦਾਸ ਨੇ ਨਹੀਂ ਕਿਹਾ ਬਚਨ ਕਿ ਸੋ ਤਪਾ ਜੇ ਇਹ ਤਪ ਘਾਲੇ। ਸਾਡੀ ਸਿੱਖੀ ਵਿੱਚ ਤਪਾ ਕੌਣ ਵਾ? ਮਰ ਕਹਿੰਦੇ ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰੂ ਨੂੰ ਮਿਲੇ ਸ਼ਬਦ ਸੰਭਾਲੇ। ਜਿਸ ਤਰ੍ਹਾਂ ਉਹ ਬਚਨ ਐਤਵਾਰ ਹੀ ਕੀਤਾ ਹੈ ਸਾਂਝਾ ਵੀ ਸਿੱਖੋ ਸ਼ਬਦ ਪਿਆਰਿਓ।
ਐ ਸਿੱਖੋ ਸ਼ਬਦ ਨੂੰ, ਤੁਸੀਂ ਸਿੱਖੋ ਸ਼ਬਦ ਨੂੰ ਗਾਉਣਾ ਸਿੱਖੋ, ਸ਼ਬਦ ਨੂੰ ਵਿਚਾਰਨਾ ਸਿੱਖੋ, ਸ਼ਬਦ ਨੂੰ ਪੜ੍ਹਨਾ ਸਿੱਖੋ ਮਹਾਰਾਜ ਕਹਿੰਦੇ। ਤੇ ਜੇ ਤੁਸੀਂ ਸਿੱਖ ਗਏ, ਮਹਾਰਾਜ ਕਹਿੰਦੇ ਸਿੱਖੋ ਸ਼ਬਦ ਪਿਆਰਿਓ, ਜੇ ਸਿੱਖ ਕੇ ਗਾਉਣਾ ਸਿੱਖ ਗਏ, ਪੜ੍ਹਨਾ ਸਿੱਖ ਗਏ, ਤੇ ਫਿਰ ਕੀ ਹੋਊਗਾ? ਜਨਮ ਮਰਨ ਕੀ ਟੇਕਾ, ਇਹ ਤੇਰੇ ਇੱਥੇ ਜੀਂਦਿਆਂ ਹੋਇਆਂ ਵੀ ਤੇ ਅੱਗੇ ਵੀ ਤੇਰਾ ਸਹਾਈ ਹੋ ਜਾਏਗਾ। ਸ਼ਬਦ ਜਿਹੜਾ ਹੈ ਮੁਖ ਉਜਲ ਸਦਾ ਸੁਖੀ, ਸ਼ਬਦ ਨਾਲ ਜੁੜਿਆ ਹੋਇਆ ਮਹਾਰਾਜ ਕਹਿੰਦੇ ਮੁਖ ਪਵਿੱਤਰ ਹੋਇਆ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ, ਇਹ ਮੁਖ ਪਵਿੱਤਰ ਹੋ ਜਾਂਦਾ, ਚਿਹਰਾ ਪਵਿੱਤਰ ਹੋ ਜਾਂਦਾ, ਸਰੀਰ ਦੇਹੀ ਪਵਿੱਤਰ ਹੋ ਜਾਂਦੀ। ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਕੋ ਗ੍ਰਾਮ। ਕਬੀਰ ਸਾਹਿਬ ਕਹਿੰਦੇ ਉਸ ਸਰੀਰ ਦਾ ਕੀ ਪਵਿੱਤਰ ਹੋਣਾ, ਜਿੱਥੇ ਕੋਈ ਰੱਬ ਦਾ ਪਿਆਰਾ ਬੈਠਾ ਉਹ ਤੇ ਇਲਾਕਾ ਹੀ ਪਵਿੱਤਰ ਹੋ ਜਾਂਦਾ। ਪਰ ਹੁਣ ਬਹੁਤੇ ਪਿਆਰੇ ਲੁੱਟਣ ਦੇ ਲੱਗੇ ਹੋਏ ਨੇ। ਬੋਰੀਆਂ 3-3 ਬੋਰੀਆਂ ਜੱਟਾਂ ਦੇ ਘਰ ਵਿੱਚ ਸਾਧਾਂ ਨੇ ਭੇਜ ਦਿੱਤੀਆਂ। ਤਾਂ ਮਹਾਰਾਜ ਕਹਿੰਦੇ ਆ ਵੀ ਤੁਸੀਂ ਵਿਸ਼ਵਾਸ ਕਰਦੇ ਹੋ ਰਿੱਧੀਆਂ ਸਿੱਧੀਆਂ ਉੱਤੇ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਿ ਸੋ ਤਪਾ ਜੇ ਇਹ ਤਪ ਕਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਸਿੱਖੋ ਸ਼ਬਦ ਪਿਆਰਿਓ, ਸਿੱਖੋ ਸ਼ਬਦ ਨੂੰ ਗਾਉਣਾ ਸਿੱਖੋ, ਸ਼ਬਦ ਨੂੰ ਵਿਚਾਰਨਾ ਸਿੱਖੋ। ਇਹ ਸ਼ਬਦ ਦੇ ਉੱਤੇ ਕੋਈ ਧੂਫ ਦਿਖਾਈ ਜਾਂਦਾ, ਕੋਈ ਲੰਗਰ ਰੱਖ ਕੇ ਬੈਠਾ, ਭੋਗ ਲਾਓ ਠਾਕਰ ਜੀ, ਕੀ ਕਰਦੇ ਸ਼ਬਦ ਦੇ ਨਾਲ ਲੋਕੀ? ਨਾ ਨਾ ਨਾ, ਸ਼ਬਦ ਗਾਉਣ ਦਾ ਵਿਸ਼ਾ, ਸ਼ਬਦ ਸਮਝਣਾ ਵਿਸ, ਸ਼ਬਦ ਕੋ ਪੂਜਿਆ ਨਹੀਂ ਜਾਂਦਾ ਹੁੰਦਾ। ਸ਼ਬਦ ਦੀ ਕੋਈ ਪੂਜਾ ਨਹੀਂ ਹੈ। ਪੂਜਾ ਕੀਜੇ ਨਾਮ ਧਿਆਈਏ। ਜਿੰਨਾ ਚਿਰ ਸਿੱਖ ਨੇ ਬਾਣੀ ਨੂੰ ਪੜ੍ਹਿਆ ਸੁਣਿਆ ਤੇ ਸਿੱਖ ਬੜੀਆਂ ਤਰੱਕੀਆਂ ਕਰਦਾ ਰਿਹਾ। ਜਦੋਂ ਇਹ ਪੂਜਣ ਲੱਗ ਪਿਆ ਤੇ ਪਿੱਛੇ ਨੂੰ ਤੁਰ ਗਿਆ। ਇਹ ਮੈਂ ਨਹੀਂ ਕਹਿੰਦਾ ਗੁਰੂ ਦਾ ਸਤਿਕਾਰ ਮਾਣ ਪੂਰਾ ਚਾਹੀਦਾ, ਪਰ ਤੁਧ ਨੂੰ ਮੰਨਣ ਨਿਮਣ, ਤੁਧ ਨੂੰ ਨਿਮਣ ਮੰਨਣ ਤੇਰਾ ਨਾਉ। ਅਸਲੀ ਮੱਥਾ ਟੇਕਣਾ, ਅਸਲੀ ਪੂਜਾ ਕਰਨੀ ਬਾਣੀ ਦੀ, ਬਾਣੀ ਦੇ ਸ਼ਬਦ ਨੂੰ ਵਿਚਾਰ ਨੂੰ ਮੰਨ ਲੈਣਾ ਹੀ ਪੂਜਾ। ਹੋਰ ਕਿਹੜੀ ਪੂਜਾ ਹੈ? ਜੇ ਤੁਸੀਂ ਪੂਜਾ ਕਰਦੇ ਹੋ ਫਿਰ ਉਹੀ ਬ੍ਰਾਹਮਣੀ ਕਰਮਕਾਂਡ ਹੈ। ਤੇ ਮਹਾਰਾਜ ਕਹਿੰਦੇ ਆ ਸਿੱਖੋ ਸ਼ਬਦ ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰੂ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰੂ ਕੀ ਸੇਵਾ ਇਹ ਤਪ ਪ੍ਰਵਾਨ। ਮਹਾਰਾਜ ਕਹਿੰਦੇ ਜਿਹੜੀ ਸਿੱਖੀ ਵਿੱਚ ਸੇਵਾ ਕਰਨੀ ਹੈ ਨਾ, ਗੁਰੂ ਅੰਗਦ ਸਾਹਿਬ ਨੇ 7 ਸਾਲ ਕੀਤੀ ਕਰਤਾਰਪੁਰ। ਤੇ ਜਦੋਂ ਕੀਤੀ ਫਿਰ ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਕਾਲੀ। ਗੁਰੂ ਅਮਰਦਾਸ ਨੇ 12 ਸਾਲ ਗਾਗਰ ਢੋਈ। ਫਿਰ ਢੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੋ ਤਪਾ ਜੇ ਇਹ ਤਪ ਕਾਲੇ, ਸਤਿਗੁਰ ਨੂੰ ਮਿਲੇ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹ ਤਪ ਪਰਵਾਨ, ਨਾਨਕ ਸੋ ਤਪਾ ਦਰਗੇ ਪਾਵੇ ਮਾਣ। ਇਸ ਕਰਕੇ ਗੁਰੂ ਅੰਗਦ ਸਾਹਿਬ ਕਹਿ ਲੱਗੇ ਭਾਈ ਸਾਧਨ ਤੇ ਗੁਰੂ ਵੱਡੋ ਹੈ, ਜੈਸ ਹੱਥ ਰਿੱਧ ਸਿੱਧ ਸਭ ਧਾਰ। ਤੇ ਉਹ ਫਿਰ ਕਹਿਣ ਲੱਗੇ ਜਦੋਂ ਗੁਰੂ ਹੱਥ ਰੱਖ ਦਿੰਦਾ ਨਾ, ਤੁਸੀਂ ਦਸਮ ਦੁਆਰ ਵਿੱਚ ਜਾ ਕੇ ਕੋਈ ਰਸ ਨੂੰ ਪੀਂਦੇ ਹੋ ਤੇ ਅੰਮ੍ਰਿਤ ਰਸ ਪੀਂਦੇ ਹੋ, ਤੇ ਸਿੱਖੀ ਵਿੱਚ ਹੋਰ ਤਰ੍ਹਾਂ ਪੀਤਾ ਜਾਂਦਾ ਹੈ ਰਸ। ਅੰਮ੍ਰਿਤ ਰਸ ਅਨੰਦਨ ਚੂਏ, ਮਨ ਪੀਵਨ ਹਾਰ। ਤੇ ਜਦੋਂ ਗੁਰੂ ਕਿਰਪਾ ਕਰ ਦਿੰਦਾ, ਸਿੱਖ ਦੇ ਸਿਰ ਉੱਤੇ ਹੱਥ ਰੱਖ ਦਿੰਦਾ, ਫਿਰ ਤੁਸੀਂ ਤਾਂ ਥੋੜੇ ਸਮੇਂ ਆਤੇ ਰਸ ਪੀਂਦੇ ਹੋ। ਸਿੱਖ ਨੂੰ ਦਿਨੇ ਰਾਤ ਉਹ ਨਾਮ ਦਾ ਰਸ, ਨਾਮ ਦਾ ਪਿਆਲਾ ਪੀਂਦਾ ਰਹਿੰਦਾ, ਅੰਮ੍ਰਿਤ ਰਸ ਪੀਂਦਾ ਰਹਿੰਦਾ ਅੰਦਰੋਂ। ਤੇ ਭਗਤ ਕਬੀਰ ਨੇ ਵੀ ਕਿਹਾ ਸੀ ਨਾ, ਕਬੀਰ ਦੇ ਕੋਲ ਵੀ ਕਦੀ ਜੋਗੀ ਆ ਜਾਂਦੇ ਸੀ ਲੜਨ ਵਾਸਤੇ, ਕਦੀ ਬ੍ਰਾਹਮਣ ਆ ਜਾਂਦੇ ਸੀ ਲੜਨ ਵਾਸਤੇ, ਕਦੀ ਕਾਜੀ ਆ ਜਾਂਦੇ ਸੀ, ਕਦੀ ਕੋਈ ਧਨੀ ਲੋਕ ਕਬੀਰ ਨਾਲ ਲੜਦੇ ਸੀ। ਤੇ ਕਬੀਰ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਤੇ ਇੱਕ ਦਿਨ ਕਬੀਰ ਕੋ ਜੋਗੀ ਆ ਗਏ, ਜਿੱਦਾਂ ਗੁਰੂ ਅੰਗਦ ਸਾਹਿਬ ਕੋ ਆਏ, ਤੇ ਝਗੜਾ ਖੜਾ ਹੋ ਗਿਆ ਵੀ ਤੁਸੀਂ ਇੱਕ ਸੂਤ ਕੱਤਦੇ ਹੋ, ਜਲਾਏ ਹੋ, ਗ੍ਰਿਸ਼ਤੀ ਹੋ, ਤੇ ਤੁਸੀਂ ਆਪਣੇ ਆਪ ਨੂੰ ਭਗਤ ਕਿਵੇਂ ਖਵਾ ਲਿਆ? ਜਿੱਦਾਂ ਗੁਰੂ ਅੰਗਦ ਸਾਹਿਬ ਨੂੰ ਜੋਗੀ ਕਹਿੰਦੇ ਵੀ ਤੁਸੀਂ ਗ੍ਰਿਸ਼ਤੀ ਹੁੰਦਿਆਂ ਗੁਰੂ ਕਿਵੇਂ ਬਣ ਗਏ ਹੋ? ਗ੍ਰਿਸ਼ਤੀ ਦਾ ਗੁਰੂ ਬਣ ਨਹੀਂ ਸਕਦਾ। ਤੇ ਉੱਥੇ ਕਬੀਰ ਸਾਹਿਬ ਨੇ ਕਿਹਾ ਸੀ ਆਸਣ ਪਵਨ ਦੂਰ ਕਰ ਬਵਰੇ। ਤੁਸੀਂ ਕਿਹੜੇ ਆਸਣਾਂ ਦੇ ਚੱਕਰਾਂ 'ਚ ਪਏ ਹੋ? ਛੱਡੋ ਇਹਨਾਂ ਨੂੰ ਪਰਾਂ। ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਕਿ ਕਾਲ ਨਾਹੀ, ਸਮਾਂ ਹੀ ਨਹੀਂਗਾ,
ਹੁਣ ਸਮਾਂ ਕਣਕ ਬੀਜਣ ਦਾ, ਤੇ ਇੱਥੇ ਕੋਈ ਮੇਰੇ ਵਰਗਾ ਹੁਣ ਆਖੇ ਵੀ ਮੈਂ ਝੋਨੇ ਦੀ ਪਨੀਰੀ ਬੀਜਣ ਲੱਗਾ, ਤਾਂ ਲੋਕੀ ਕਹਿਣਗੇ ਕਿ ਥੋੜਾ ਜਿਹਾ ਦਿਮਾਗ ਜਿਹਦੇ ਫਰਕ ਹੋ ਗਿਆ ਵਿਅਕਤੀ ਦੇ। ਹੁਣ ਸਮਾਂ ਪੈਲੀ ਤੇ ਉਹੀ ਹੈ। ਹੁਣ ਝੋਨਾ ਵੱਢ ਲਿਆ, ਕਣਕ ਬੀਜਣੀ ਕਿ ਹੁਣ ਗਾਂ ਝੋਨਾ ਹੀ ਬੀਜਣਾ ਵਾ। ਪੈਲੀ ਉਹੀ ਹੈ, ਬੰਦੇ ਦਾ ਮਾਲਕ ਉਹੀ ਹੈ, ਪਰ ਹੁਣ ਕਣਕ ਕਿਉਂ ਬੀਜਣ ਲੱਗਾ? ਰੁੱਤ ਵਾ ਨਾ ਭਾਈ। ਗੁਰੂ ਨਾਨਕ ਸਾਹਿਬ ਦੇ ਕਾਲ ਨਾਹੀ ਜੋਗ ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ। ਜਗ ਤਾਂ ਭ੍ਰਿਸ਼ਟ ਹੋ ਗਿਆ ਵਾ, ਸੰਸਾਰ ਤਾਂ ਭ੍ਰਿਸ਼ਟ ਹੋ ਗਿਆ, ਤੇ ਤੁਸੀਂ ਆਖੋ ਅਸੀਂ ਹੁਣ ਦਸਮ ਦਵਾਰ 'ਚ ਸਵਾਸ ਚੜਾਉਣਾ ਵਾ, ਭੁਜੰਗਮ ਨਾੜੀ ਸਾਧਨੀ ਆ, ਅੰਦਰੋਂ ਅਨਹਦ ਵਾਜੇ ਸੁਣਨੇ ਆ। ਬਾਹਰ ਕਹਿੰਦੇ ਕੀ ਫਜ਼ੂਲ ਦੇ ਕਰਮ 'ਚ ਤੁਸੀਂ ਪੈ ਗਏ। ਕਈ ਸਿੱਖ ਵੀ ਕਹਿੰਦੇ ਆ ਵਾਜੇ ਸੁਣਦੇ ਆ ਸਾਨੂੰ, ਪਤਾ ਨਹੀਂ ਕਿਹੜੀ ਸਿੱਖੀ ਨਾ ਪੜ੍ਹੀ ਹੋਈ ਵਾਜੇ ਸੁਣਦੇ ਆ। ਇੱਕ ਮੇਰੇ ਕੋ ਆ ਗਿਆ ਗਿਆਨੀ, ਇਹ ਬਾਬਾ ਜੀ ਉਹ ਜਿਹੜੇ ਅਨਹਦ ਵਾਜੇ ਤੂਰੇ, ਇੱਕ ਇਹ ਬੜਾ ਸਿਆਪਾ ਪਾਇਆ। ਤੂਰੇ ਜੋਗੀ ਸੁਣਦੇ ਨੇ, ਸਿੱਖਾਂ ਨੇ ਥੋੜਾ ਕੋ ਅਨਹਦ ਵਾਜੇ ਸੁਣਨੇ ਆ। ਇਹ ਕੋਈ ਸਿੱਖੀ ਥੋੜਾ ਵਾਜੇ ਸੁਣਨਾ। ਮੈਂ ਕਿਹਾ ਇੱਕ ਗੱਲ ਸੁਣ ਲਾ ਮੇਰੀ, ਤੂੰ ਵੀ ਗਿਆਨੀ ਆ। ਦੋ ਜਿਹੜੇ ਹੁੰਦੇ ਦੁਬਦਾ ਹੁੰਦੀ ਆ, ਇੱਕ ਵੱਜ ਰਿਹਾ ਵਾ ਤੇ ਮੈਂ ਸੁਣ ਰਿਹਾ ਵਾਂ, ਇਹਦਾ ਮਤਲਬ ਦੋ ਵਾ, ਤੇ ਦੋ ਦੁਬਦਾ ਹੁੰਦੀ ਆ। ਮੈਂ ਕਿਹਾ ਵਾਜੇ ਅਨਹਦ ਤੂਰੇ, ਬਰਮੰਤ ਨਾਨਕ ਗੁਰ ਚਰਨ ਲਾਗੇ। ਗੁਰੂ ਦੇ ਚਰਨਾਂ ਨਾਲ ਜੁੜਨਾ, ਸ਼ਬਦ ਨਾਲ ਜੁੜਨਾ ਹੀ ਸਿੱਖ ਦੇ ਵਾਜੇ ਆ। ਹੋਰ ਕੋਈ ਵਾਜਾ ਨਹੀਂ ਅੰਦਰ ਵੱਜਦਾ। ਆ ਸਾਡੇ ਕੌਮ ਦੇ ਵੱਡੇ ਵੱਡੇ ਗਿਆਨੀ ਸੰਤ ਮਸਕੀਨ ਸਾਰਮ ਵਰਗੇ ਵੀ ਟਪਲਾ ਖਾ ਗਏ। ਇਹ ਅੰਦਰ ਵਾਜੇ ਵੱਜਦੇ ਆ। ਇੱਕ ਚਮੜੇ ਦਾ ਵਾਜਾ ਵਾ, ਇੱਕ ਟੂਟੀ ਵੱਜਦੀ ਆ, ਇੱਕ ਢੋਲ ਵੱਜਦਾ ਵਾ, ਇੱਕ ਨਗਾਰਾ ਵੱਜਦਾ ਵਾ। ਇਹ ਵੱਡੇ ਵੱਡੇ ਗਿਆਨੀ ਸਿੱਖ ਕੌਮ ਦੇ ਟਪਲਾ ਖਾ ਗਏ ਨੇ ਤੇ ਲੋਕਾਂ ਨੂੰ ਕੁਰਾਏ ਪਾ ਗਏ ਨੇ। ਉਹ ਕੋ ਭਾਈ ਸੁਣਨਾ ਨਹੀਂਗਾ ਕੋਈ। ਸੁਣਦੇ ਨਾਲ ਕਿੰਨਾ ਕੁ ਚਿਰ ਸੁਣੋਗੇ ਤੁਸੀਂ? ਨਾ 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 ਨਾ, ਕੋਈ ਵਾਜਾ ਵੂਜਾ ਕੋਈ ਆਵਾਜ਼ ਨਹੀਂ ਆ ਬਿਲਕੁਲ। ਕਬੀਰ ਨੇ ਇੱਕ ਕਿਹਾ ਗੱਲ ਕਿ ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬੰਦੋ। ਅੰਦਰ ਤੇ ਅੱਗੇ ਹੀ ਬੜਾ ਰੌਲਾ ਪੈਣ ਦਿਆ, ਤੇ ਹੋਰ ਤੁਸੀਂ ਵਾਜੇ ਸੁਣਦੇ ਚੱਕਰਾਂ 'ਚ ਪੈ ਗਏ ਹੋ। ਆ ਥੋੜਾ ਰੌਲਾ ਪਾਉਣ ਦਿਆ ਮਨ, ਤੇ ਤੁਸੀਂ ਹੋਰ ਨਾਲ ਪਿੱਛੇ ਲਾ ਕੇ ਹੀ ਆਵਾਜ਼ੇ ਸੁਣਨੇ ਆ ਜੀ। ਇਹ ਬਿੰਡੇ ਦੀ ਆਵਾਜ਼ ਹੀ ਸੁਣਦੀ ਆ, ਤੇ ਤੈਨੂੰ ਸੁਣ ਲਾ ਬਿੰਡੇ ਦੀ ਆਵਾਜ਼। ਸੁਣਨਾ ਤੈਨੂੰ ਕੀ ਹੋਣਾ? ਕੱਖ ਵੀ ਨਹੀਂ ਹੋਣਾ। ਸੁਣੀ ਜਾਓ, ਬਿੰਡੇ ਥੋੜੇ ਨੇ ਧਰਤੀ ਤੇ ਬੋਲਣ ਦੇ ਨੇ, ਸੁਣੀ ਜਾਓ। ਬਿੰਡਾ ਸੁਣਨਾ ਕੀ ਹੋਣਾ? ਇਹ ਜੀ ਅੰਦਰੋਂ ਤੂਰੀ ਸੁਣ ਆਨਾ, ਤੂਰ ਸੁਣਦਾ, ਸੁਣ ਲਾ। ਸੁਣਨਾ ਕੀ ਹੋਣਾ? ਕੱਖ ਵੀ ਨਹੀਂ ਹੋਣਾ। ਇਹਦੇ ਨਾਲ ਕੀ ਹੋਣਾ? ਸੁਣਨਾ ਕੀ ਹੋਣਾ? ਕੱਖ ਵੀ ਨਹੀਂ ਹੋਣਾ। ਮਹਾਰਾਜ ਕਹਿੰਦੇ ਕਬੀਰ ਸਾਹਿਬ, ਹੈ ਹਜੂਰ ਕਤ ਦੂਰ ਬਤਾਵੋ, ਦੁੰਦਰ ਬੰਦੋ ਸੁੰਦਰ ਪਾਵੋ। ਜਦੋਂ ਇਹ ਵਾਜਿਆਂ ਬੂਜਿਆਂ ਦਾ ਸਾਰਾ ਹੀ ਰੌਲਾ ਬੰਦ ਹੋ ਗਿਆ ਨਾ, ਤੁਸੀਂ ਜਿਹੜੇ ਕੋਈ ਗੁਰਮੁਖ ਪਿਆਰੇ ਅਭਿਆਸ ਕਰਦੇ ਆ ਨਾ, ਉਹ ਕਹਿੰਦੇ ਵੀ ਸਾਨੂੰ ਵਾਜੇ ਸੁਣਦੇ ਆ। ਉਹ ਨਹੀਂ ਭਾਈ, ਵਾਜਾ ਕੋਈ ਨਹੀਂ ਆ। ਉਹ ਤੁਹਾਡੀ ਮਨ ਦੀ ਭਾਵਨਾ ਵਾ, ਤੁਹਾਡੇ ਦਿਮਾਗ ਦਾ ਖਿਆਲ ਹੈ। ਜਦੋਂ ਤੁਸੀਂ ਖਿਆਲ ਬੰਦ ਕਰ ਦੋਗੇ, ਉਹ ਤੁਹਾਨੂੰ ਵਾਜਾ ਸੁਣਨਾ ਬੰਦ ਹੋ ਜਾਣਾ ਵਾ। ਸਿੱਖੀ 'ਚ ਕੋਈ ਵਾਜਾ ਨਹੀਂ ਹੈ। ਉਹ ਜਿਹੜੇ ਵਾਜੇ ਪੰਜ ਸ਼ਬਦ ਤੇ ਘਰ ਸਪਾਗੇ, ਉਹ ਲਿਖਿਆ ਵਾ, ਉਹਦੇ ਅਰਥਾਂ ਨੂੰ ਸਮਝੋ ਨਾ ਭਾਈ। ਇਹ ਕੋਈ ਵਾਜੇ ਨਹੀਂ ਵੱਜਦੇ ਅੰਦਰ, ਨਾ 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 ਨਾ। ਇਹ ਤੇ ਸਿਰਫ ਇੱਕ ਅੰਦਰ ਸਾਡੇ ਤੇ ਆਤਮਾ ਦੇ ਵਿੱਚ ਦੂਰੀ ਪਈ ਹੋਈ ਆ। ਉਹ ਦੂਰੀ ਨੂੰ ਮਿਟਾਉਣਾ ਵਾ। ਹੋਰ ਕੋਈ ਵਾਜੇ ਬੂਜਿਆਂ ਦੇ ਸਿਆਪਿਆਂ 'ਚ ਨਹੀਂ ਪੈਣਾ। ਇਹ ਕੋਈ ਸਿੱਖੀ ਨਹੀਂ ਆ ਵਾਜਿਆਂ ਵਾਲੀ। ਜਿਸ ਤਰ੍ਹਾਂ ਕਿਸੇ ਨੇ ਲਿਖਿਆ ਹੈ ਨਾ ਕਿ ਜੰਗਲ ਜੰਗਲ ਮੇ ਢੂੰਡੇ ਮਿਰਗ ਕਸਤੂਰੀ ਕੋ। ਮਿਰਗ ਕੀ ਕਰਦਾ? ਉਹ ਜੰਗਲਾਂ 'ਚ ਉਹਦੇ ਨਾਭੀ ਵਿੱਚੋਂ ਇੱਕ ਸੁਗੰਧੀ ਉੱਠਦੀ ਆ, ਤੇ ਉਹ ਸਮਝਦਾ ਵੀ ਇਸ ਤਰ੍ਹਾਂ ਕਿਤੇ ਬਾਹਰੋਂ ਸੁਗੰਧੀ ਆ ਰਹੀ ਆ। ਜੰਗਲ ਜੰਗਲ ਮੇ ਢੂੰਡੇ ਕਸਤੂਰੀ ਕੋ, ਬੜਾ ਮੁਸ਼ਕਿਲ ਹੈ ਦੂਰ ਕਰਨਾ ਖੁਦ ਕੀ ਦੂਰੀ ਕੋ। ਦੂਰੀ ਤਾਂ ਹਉਮੈ ਦੀ ਹੈ। ਉਹ ਮੈਂ ਸਵੇਰੇ ਕਹਿ ਰਿਹਾ ਸੀ ਨੇ ਕਿਸੇ ਨੂੰ ਵੀ ਭੀਰੀ ਕੇ ਪਾਤ ਹੋ ਭੀਤ ਪਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ। ਉਹ ਤਾਂ ਨੇੜੇ ਹੀ ਆ, ਉਹਨੂੰ ਮਿਲਣਾ ਕਿ ਤੁਸੀਂ ਕੋਈ ਵਾਜੇ ਸੁਣਨੇ ਆ। ਵਾਜੇ ਸੁਣਨੇ ਤੇ ਸੁਣੀ ਜਾਓ ਭਾਈ। ਵਾਜੇ ਤੋਂ ਤੁਹਾਡੀ ਆਪਣੀ ਧਾਰਨਾ ਕੋਈ ਹੋ ਸਕਦੀ ਹੈ। ਹੋ ਭੀਤ ਪਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ। ਭੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰ ਆਇਓ। ਤੇ ਮਹਾਰਾਜ ਕਹਿੰਦੇ ਜਦੋਂ ਗੁਰੂ ਹੱਥ ਕਰਦਾ, ਕੋਈ ਵਾਜਾ ਨਹੀਂ ਸੁਣਦਾ। ਜਿੱਦਾਂ ਉਹ ਇੱਕ ਸ਼ਬਦ ਨਹੀਂ ਆਉਂਦਾ ਮਹਾਰਾਜ ਦਾ ਸੂਹੀ ਰਾਗ ਦਾ
ਕਿ ਜੋਗ ਨ ਖਿੰਥਾ ਜੋਗ ਨ ਡੰਡੇ ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮਡਾਇਆ ਜੋਗ ਨ ਸਿੰਘੀ ਵਾਹੀਏ, ਅੰਜਣ ਮਹਿ ਨਿਰੰਜਨ ਰਹੀਏ ਜੋਗ ਜੁਗਤਿ ਉਪਾਈਏ, ਗੱਲੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਏ। ਤੁਸੀਂ ਸਮਾਧੀ ਲਾ ਕੇ ਵੀ ਬਹਿ ਗਏ ਤੇ ਤਾਂ ਵੀ ਕੁਛ ਨਹੀਂ ਹੋਣਾ, ਜੋਗੀ ਸਮਾਧੀਆਂ ਲਾਉਂਦੇ ਹੀ ਸੀ ਨਾ। ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਏ, ਜੋਗ ਨ ਦੇਸ ਦਸੰਤਰ ਭਵੈ ਜੋਗ ਨ ਤੀਰਥ ਨਹਾਈਏ। ਸਾਰੀਆਂ ਚੀਜ਼ਾਂ ਦਾ ਤਾੜੀਆਂ ਦਾ ਉਹਨਾਂ ਵਾਜਿਆਂ ਦਾ ਖੰਡਨ ਕੀਤਾ ਜਿਹੜੇ ਜੋਗੀ ਸੁਣਦੇ ਸੀ। ਤੇ ਸਿੱਖ ਵੀ ਕਈ ਕਹਿੰਦੇ ਅਸੀਂ ਦਸਮ ਦਵਾਰ 'ਚ ਵਾਜੇ ਸੁਣਨੇ ਆ। ਸੁਣੀ ਜਾਓ ਭਾਈ, ਕੁਛ ਨਹੀਂ ਹੋਣਾ ਸੁਣਨ ਦੇ ਨਾਲ। ਨਾ 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 ਨਾ। ਹਾਂ, ਇੱਕ ਗੱਲ ਹੈ ਗੁਰਮਤਿ ਦੇ ਵਿੱਚ ਜਿਹੜੀ ਗੁਰੂ ਅੰਗਦ ਸਾਹਿਬ ਨੇ ਉਹਨਾਂ ਨੂੰ ਕਹੀ ਸੀ ਵੀ ਸਿੱਖ ਨੇ ਅੰਦਰੋਂ ਕੀ ਸੁਣਨਾ ਹੈ, ਵਾਜਾ ਸੁਣਨਾ, ਬਿੰਡਾ ਸੁਣਨਾ। ਇਹ ਗਿਆਨੀ ਤੁਹਾਨੂੰ ਕਿਰਾਏ ਪਾ ਗਏ ਨੇ ਬੜੇ ਬੜੇ ਕੌਮ ਦੇ, ਕਿਉਂਕਿ ਆਪਣਾ ਕੋਈ ਨਿੱਜੀ ਅਭਿਆਸ ਨਹੀਂ ਹੈ। ਜਿੰਨਾ ਮਹਾਂਪੁਰਖਾਂ ਦੀ ਅਸੀਂ ਸੰਗਤ ਕਰਦੇ ਸਾਂ, ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਦਸਮ ਦਰਬਾਰ ਬਾਰੇ ਤੁਹਾਡੀ ਕੀ ਵਿਚਾਰ ਵਾ, ਕਿਉਂਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਹੈ। ਉਹ ਕਹਿੰਦੇ ਮੈਨੂੰ 28 ਸਾਲ ਹੋ ਗਏ ਤਪ ਕਰਦੇ ਨੂੰ, ਕੋਈ ਆਵਾਜ਼ਾ ਨਹੀਂ ਸੁਣਿਆ ਮੈਨੂੰ ਤਾਂ। ਇਹ ਪਤਾ ਨਹੀਂ ਨਾ ਲੋਕਾਂ ਨੂੰ ਆਵਾਜ਼ੇ ਕਿੱਥੋਂ ਸੁਣਦੇ ਆ, ਤੂਰੇ ਕਿੱਥੋਂ ਸੁਣ ਲੈਂਦੇ ਲੋਕ। ਗੁਰੂ ਤੇਗ ਬਹਾਦਰ ਦੀ ਬਾਣੀ ਪੜ੍ਹ ਕੇ ਵੇਖ ਲਓ, 26 ਸਾਲ ਉਹਨਾਂ ਨੇ ਬਾਬੇ ਬਕਾਲੇ ਰਹਿ ਕੇ ਸਿਮਰਨ ਅਭਿਆਸ ਕੀਤਾ, ਉਹਨਾਂ ਦਾ ਜ਼ਿਕਰ ਨਹੀਂ ਕੀਤਾ ਕਿਤੇ ਵਾਜਿਆਂ ਦਾ। ਉਹ ਤਾਂ ਸਿੱਧੀ ਠੇਠ ਪੰਜਾਬੀ 'ਚ ਕਹਿੰਦੇ ਨੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ, ਦੂਜੀ ਗੱਲ ਨਹੀਂ ਕਰਦੇ ਉਹ ਤਾਂ। ਹੈਂ, ਮਾਇਆ ਕੋ ਸੰਗ ਤਿਆਗ ਪ੍ਰਭੂ ਜੂ ਕੀ ਸ਼ਰਨ ਲਾਗ। ਇਹ ਜਿਹੜੇ ਦਸਮ ਦਵਾਰ ਦਾ ਪ੍ਰਚਾਰ ਕਰਦੇ ਫਿਰਦੇ ਆ ਨਾ ਵੀ ਅਸੀਂ ਦਸਮ ਦਵਾਰ ਦਾ ਪ੍ਰਚਾਰ ਕਰਦੇ, ਸੇਵਾ ਸਿੰਘ ਦਾ ਖੁੱਲ੍ਹਾ ਸੀ ਤੇ ਗਾਂ ਸਾਡੇ ਖੁੱਲ੍ਹੇ ਨੇ, ਕਿਸੇ ਦਾ ਨਹੀਂ ਖੁੱਲ੍ਹਾ ਇਹਨਾਂ ਦਾ। ਦਸਮ ਦਵਾਰ ਦਾ ਪ੍ਰਚਾਰ ਕਰਕੇ ਤੇ ਪੈਸਾ ਇਕੱਠਾ ਕਰਕੇ ਤੇ ਘਰਾਂ ਨੂੰ ਲਈ ਜਾਂਦੇ ਨੇ। ਤੇ ਗੁਰੂ ਤੇਗ ਬਹਾਦਰ ਕਹਿੰਦੇ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਿਥਿਆ ਝੂਠੋ ਸਭ ਸਾਜ ਹੈ। ਆਹ ਝੂਠਾ ਸਾਜ ਜੋ ਸਮਾਨ ਇਕੱਠਾ ਕਰਕੇ ਬਹਿ ਗਿਆ ਬੰਦਾ ਤਿਉ। ਨਾ 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 ਨਾ। ਹਾਂ, ਇੱਕ ਗੱਲ ਹੈ ਭਾਈ, ਜਿਹੜਾ ਸਾਧਨਾ ਕਰਦਾ, ਸਿਮਰਨ ਕਰਦਾ, ਜਿੱਤੇ ਉੱਤੇ ਗੁਰੂ ਕਿਰਪਾ ਕਰ ਦਿੰਦਾ, ਉਹਦੀ ਕੀ ਨਿਸ਼ਾਨੀ ਹੋਏਗੀ? ਉਹਨੂੰ ਕੋਈ ਆਵਾਜ਼ਾ ਨਹੀਂ ਜੇ ਸੁਣਦਾ, ਕੋਈ ਆਨਾ ਤੂਰੇ ਜੀ ਨੇ। ਇਹ ਸਭ ਵਹਿਮ ਪੈਦਾ ਕਰਨ ਵਾਲੀਆਂ ਚੀਜ਼ਾਂ ਨੇ। ਉੱਥੇ ਕੀ ਹੁੰਦਾ ਫਿਰ ਗੁਰੂ ਅੰਗਦ ਸਾਹਿਬ ਨੇ ਉਹਨਾਂ ਜੋਗੀਆਂ ਦੇ ਪ੍ਰਥਾਏ, ਮੈਂ ਗੱਲ ਲੰਬੀ ਨਾ ਹੋ ਜੇ, ਇੱਕ ਸ਼ਲੋਕ ਉਚਾਰਨ ਕੀਤਾ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੇ ਮਾਹੇ। ਮਨ ਵਿੱਚੋਂ ਅੰਮ੍ਰਿਤ ਪੀਣਾ ਵਾ, ਮਨ ਨੂੰ ਰੱਬ ਦੇ ਚਰਨਾਂ ਨਾਲ ਜੋੜਨਾ ਕਿ ਤੁਸੀਂ ਕੋਈ ਆਵਾਜ਼ਾਂ ਸੁਣਨੀਆਂ ਨੇ ਅੰਦਰੋਂ। ਨਾਨਕ ਅੰਮ੍ਰਿਤ ਮਨੇ ਮਾਹੇ ਪਾਈਏ ਗੁਰ ਪ੍ਰਸਾਦ। ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਕੋਈ ਸਾਧਨਾ ਨਾਲ ਥੋੜਾ ਮਿਲਦਾ ਵੀ ਤੁਸੀਂ 2 ਸਾਲ ਅਭਿਆਸ ਕਰ ਲਿਆ ਤੇ ਉਹ ਮਿਲ ਜੂਗਾ। ਇਸ ਤਰ੍ਹਾਂ ਤੇ ਹੋਣਾ ਹੀ ਨਹੀਂ ਹੈ। ਪਾਈਏ ਗੁਰ ਪ੍ਰਸਾਦ ਤਿਨ ਹੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ। ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਉਹਨਾਂ ਨੇ ਉਸ ਰਸ ਨੂੰ ਪੀ ਲਿਆ। ਤੇ ਗੁਰੂ ਅੰਗਦ ਸਾਹਿਬ ਜੋਗੀਆਂ ਨੂੰ ਕਹਿਣ ਲੱਗੇ ਅੰਮ੍ਰਿਤ ਰਸ ਅਨੰਦਨ ਪੀਵੇ, ਮਾਫ ਕਰ, ਅੰਮ੍ਰਿਤ ਰਸ ਅੰਦਰ ਚੂਏ ਮਨ ਪੀਵਨ ਹਾਰ। ਉਹ ਫਿਰ ਜਦੋਂ ਗੁਰੂ ਕਿਰਪਾ ਕਰ ਦਿੰਦਾ, ਗੁਰੂ ਸਿਰ ਤੇ ਹੱਥ ਰੱਖ ਦਿੰਦਾ, ਇਹ ਮਨ ਨੂੰ ਅੰਦਰੋਂ ਅੰਮ੍ਰਿਤ ਮਿਲਦਾ, ਬਾਹਰੋਂ ਨਹੀਂ। ਇਹ ਜਿਹੜਾ ਬਾਹਰੀ ਅੰਮ੍ਰਿਤ ਆ ਇਹ ਤੇ ਖੰਡੇ ਦੀ ਪੌਲ ਵਾ ਭਾਈ, ਇਹ ਤੇ ਕੇਵਲ ਦਾਖਲਾ ਹੀ ਆ। ਹਾਂ, ਕੋਈ ਸਾਧਨਾ ਕਰੂਗਾ ਤੇ ਇਹ ਸਰੀਰ ਵਿੱਚੋਂ ਕੋਈ ਅੰਮ੍ਰਿਤ ਲੱਭ ਸਕਦਾ ਹੈ। ਜਿਹੜਾ ਉਹ ਗੁਰੂ ਅਮਰਦਾਸ ਨਹੀਂ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਮਨ ਵਿੱਚੋਂ ਮਿਲਣਾ ਹੈ, ਬਾਹਰ ਤਾਂ ਹੈ ਹੀ ਨਹੀਂ ਅੰਮ੍ਰਿਤ। ਘਰ ਮੇ ਅੰਮ੍ਰਿਤ ਤਸਕਰ ਲਈ ਨੰਨਾ ਕਾਰਨ ਕੋਈ ਕਰੇ ਰਾਖੇ ਆ ਵਡਾਈ ਦੇਈ। ਤੇ ਮਹਾਰਾਜ ਕਹਿੰਦੇ ਫਿਰ ਅੰਮ੍ਰਿਤ ਰਸ ਅੰਦਨ ਚੂਏ ਮਨ ਪੀਵਨ ਹਾਰ। ਤੇ ਉਹ ਕਹਿਣ ਲੱਗੇ ਫਿਰ ਤੁਸੀਂ ਮਨ ਨੂੰ ਕਿਵੇਂ ਵਸ ਕਰਦੇ ਹੋ? ਜੇ ਦਸਮ ਦਵਾਰ ਵਿੱਚ ਜਾ ਕੇ ਮਨ ਵਸ ਨਹੀਂ ਹੋ ਸਕਦਾ, ਕਿਉਂਕਿ ਜਦੋਂ ਦਸਮ ਦਵਾਰ ਵਿੱਚੋਂ ਫੇਰ ਆਉਣਾ ਇਹਨੇ ਫੇਰ ਉਹ ਕੁਛ ਕਰ ਲੈਣਾ।
ਉੱਦਾਂ ਦਾ ਲੋਭੀ ਹੋ ਜਾਣਾ, ਕ੍ਰੋਧੀ ਹੋ ਜਾਣਾ, ਹੰਕਾਰੀ ਹੋ ਜਾਣਾ। ਉਹ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਸੀ ਨਾ ਕਿ ਗੁਰਦੁਆਰੇ ਲਾਏ ਭਾਮਣੀ, ਇੱਕ ਨਾ 10ਵਾਂ ਦਵਾਰ ਦਿਖਾਇਆ। ਇੱਕ ਤੇ ਜੋਗੀਆਂ ਦੁਆਰਾ ਮਨ 10ਵੇਂ ਦਵਾਰ 'ਚ ਮਨ ਬੰਦਾ ਜਾਂਦਾ, ਇੱਕ ਗੁਰੂ ਦੀ ਸੇਵਾ ਸਿਮਰਨ ਕਰਕੇ ਮਨ 10ਵੇਂ ਦਵਾਰ 'ਚ ਜਾਂਦਾ। ਤੇ ਮਹਾਰਾਜ ਕਹਿੰਦੇ ਨੇ ਗੁਰ ਸੇਵਾ ਤੇ ਮਨ ਨਿਰਮਲ ਹੋਏ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਮਨ ਵਸ ਕਰੇ, ਅਵਰ ਸਾਧਨ ਬੇਕਾਰ। ਸਾਡੀ ਸਿੱਖੀ ਦੇ ਵਿੱਚ ਗੁਰੂ ਕਿਆ ਸੇਵਾ, ਗੁਰੂ ਕੀ ਟਹਿਲ ਭਾਵਨਾ, ਇਹਦੇ ਦੁਆਰਾ ਮਨ ਵਸ ਕੀਤਾ ਜਾਂਦਾ। ਆਸਨ ਪਵਨ ਕਰ ਹੋ ਨਾ ਜਾਏ। ਕਹਿੰਦੇ ਤੁਸੀਂ ਤੇ ਤਪ ਕਰ ਕਰਕੇ ਜੋ ਜਾਣੇ ਹੋ ਗਿਆ ਅਬ ਭਗਤ ਗਿਆਨੀ, ਅੱਗੇ ਠਾਕਰ ਤਿਲ ਨਹੀਂ ਮਾਨੀ। ਤੇ ਜੋ ਅਨਕ ਤਪੱਸਿਆ ਕਰੇ ਹੰਕਾਰ, ਤਪੱਸਿਆ ਦਾ ਹੀ ਹੰਕਾਰ ਹੋ ਗਿਆ। ਇੰਨਾ ਸਮਾਂ ਹੋ ਗਿਆ ਸਾਨੂੰ ਤਪ ਕਰਦਿਆਂ ਨੂੰ, ਤਪ ਦਾ ਹੀ ਹੰਕਾਰ ਚੜ ਗਿਆ। ਤਪ ਨੇ ਤੇ ਠੰਡਿਆਂ ਕਰਨਾ ਤੇ ਤਪ ਨੇ ਸਗੋਂ ਤਪਾ ਦਿੱਤਾ ਸਾਨੂੰ ਭਾਈ। ਬਾਹਰ ਕਹਿੰਦੇ ਆਸਨ ਪਾਵਨ ਕਰ ਹੋ ਨਾ ਜਾਏ, ਹਉ ਜਾਏ ਸ਼ਬਦ ਕਮਾਏ। ਹਾਂ, ਉਹਦੀ ਹਉਮੈ ਜਾਂਦੀ ਆ ਜਿਹੜਾ ਸ਼ਬਦ ਨੂੰ ਕਮਾਉਂਦਾ। ਤੇ ਉਹਨਾਂ ਆਖਿਆ ਤੁਸੀਂ ਕੁੰਡਲਨੀ ਨਾੜੀ ਕਿਸ ਤਰ੍ਹਾਂ ਖੋਲਦੇ ਹੋ? ਅਸੀਂ ਤੇ ਸਵਾਸਾਂ ਨੂੰ ਭੁਜੰਗਮ ਨਾੜੀ ਵਿੱਚ ਚਾੜ ਕੇ ਤੇ 10ਵੇਂ ਦਵਾਰ 'ਚ ਲੈ ਜਾਂਦੇ ਤੇ ਸਾਡੀ ਕੁੰਡਲਨੀ ਖੁੱਲ ਜਾਂਦੀ। ਤੇ ਭੱਟਾਂ ਨੇ ਫਿਰ ਕਿਹਾ ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਸ਼੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕਰਮ ਸੇਵੀਏ ਸੱਚਾ। ਕਹਿੰਦੇ ਤੁਸੀਂ ਸਾਧਨਾ ਨਾ ਖੋਲਦੇ ਹੋ, ਅਸੀਂ ਸੰਗਤ ਵਿੱਚ ਬੈਠੇ ਜਦੋਂ ਗੁਰੂ ਸ਼ਬਦ ਨੂੰ ਸੁਣਦੇ ਆ ਨਾ, ਕੁੰਡਲਨੀ ਸੁਰਜੀ ਮਾਣੇ ਖੁੱਲ ਗਈ। ਕਿਸ ਤਰ੍ਹਾਂ ਖੁੱਲ ਗਈ ਕੁੰਡਲ ਨਾੜੀ? ਕੁੰਡਲਨੀ ਸੁਰਜੀ ਸਤ ਸੰਗਤ, ਸੰਗਤ ਵਿੱਚ ਬੈਠਿਆਂ ਸ਼ਬਦ ਦੁਆਰਾ ਸਾਡਾ ਜਿਹੜਾ ਸੀ ਉਹ ਕੁੰਡਲਨੀ ਨਾੜੀ ਖੁੱਲ ਗਈ। ਇਹ ਤੇ ਵੀ ਕਈ ਸਾਡੇ ਕੌਮ ਦੇ ਗਿਆਨੀ ਭਾਸ਼ਣ ਦਿੰਦੇ ਨੇ ਵੀ ਇੱਦਾਂ ਖੋਲੋ। ਨਾ 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 ਨਾ, ਸਿੱਖੀ ਵਿੱਚ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਸੰਗਤ ਕਰਨੀ, ਕਿਰਤ ਕਰਨੀ ਤੇ ਵੰਡ ਛਕਣਾ, ਇਹ ਕੰਮ ਨੇ। ਇਹ ਨਾ ਤੇ ਕਿਤੇ ਲਿਖਿਆ ਵੀ ਸਿੱਖ ਨੇ ਨਾੜੀ ਖੋਲਣੀ ਕੋਈ, ਨਾ ਕਿਤੇ ਲਿਖਿਆ ਸਿੱਖ ਨੇ 10ਵੇਂ ਦਵਾਰ 'ਚ ਜਾਣਾ। ਇਹ ਗੁਰੂ ਨੇ, ਜਦੋਂ ਤੁਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਤੇ 10ਵੇਂ ਦਵਾਰ ਆਪਣੇ ਆਪ ਹੀ ਖੁੱਲ ਜਾਣਾ ਵਾ। ਜਿਸ ਤਰ੍ਹਾਂ ਬਾਬਾ ਮਨ ਮਤਵਾਰੋ, ਨਾਮ ਰਸ ਪੀਵੇ ਸਹਿਜ ਰੰਗ ਰਹਿਆ, ਅੰਦਨ ਬਾਣੀ ਸਹਿਜ ਪ੍ਰੇਮ। ਉਹ ਜਾ ਮਾਰਾ ਭੁੱਲ ਗਿਆ ਮੈਂ ਬਚਨ। ਇਸ ਕਰਕੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਜੋਗੀਆਂ ਨੂੰ ਆਖਿਆ ਭਾਈ ਤੁਸੀਂ ਜਾਂਦੇ ਹੋ ਆਪਣੀ ਸਾਧਨਾ ਦੁਆਰਾ 10ਵੇਂ ਦਵਾਰ ਵਿੱਚ। ਸਿੱਖ ਜਾਂਦਾ ਸੇਵਾ ਸਿਮਰਨ ਕਰਕੇ, ਤੁਸੀਂ ਤੋੜਦੇ ਹੋ ਜਿੰਦਰਾ। ਤੇ ਅਸੀਂ ਸਿੱਖੀ ਵਿੱਚ ਗੁਰ ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਗੁਰੂ ਕੁੰਜੀ ਨਾ ਖੋਲ ਦਿੰਦਾ ਤੇ ਸਿੱਖ ਨੂੰ 10ਵੇਂ ਦਵਾਰ 'ਚ ਭੇਜ ਦਿੰਦਾ। ਇਹ ਫਿਰ ਜੋਗੀਆਂ ਦੇ ਨਾਲ ਜਿਹੜੀ ਮਹਾਰਾਜ ਦੀ ਚਰਚਾ ਹੋਈ ਸੀ, ਖਡੂਰ ਸਾਹਿਬ ਆਣ ਕੇ ਉਹਨਾਂ ਨੇ ਈਰਖਾ ਕੀਤੀ ਸੀ ਮਹਾਰਾਜ ਦੇ ਨਾਲ। ਤੇ ਗੁਰੂ ਅਮਰਦਾਸ ਨੇ ਇੱਕ ਬਚਨ ਕੀਤਾ ਬਾਣੀ 'ਚ ਕਿ ਜੋਗੀ ਹੋਵਾਂ ਜਗ ਭਵਾਂ, ਘਰ ਘਰ ਭੀਖਿਆ ਲਿਓ। ਘਰ ਘਰ ਤੋਂ ਮੰਗ ਕੇ ਖਾਵਾਂ, ਮੈਂ ਉੱਧਰ ਤੁਰਿਆ ਫਿਰਾਂ ਲੋਕਾਂ ਦੇ ਘਰਾਂ ਤੇ ਜੋਗੀ ਬਣ ਕੇ। ਤੇ ਪਰਮਾਰ ਨੇ ਕਿਹਾ ਜੋਗੀ ਹੋਵਾਂ ਜਗ ਭਵਾਂ, ਘਰ ਘਰ ਭੀਖਿਆ ਲਿਓ। ਦਰਗੇ ਲੇਖਾ ਮੰਗੀਏ, ਕਿਸ ਕਿਸ ਉੱਤਰ ਦਿਓ। ਜਿੱਥੋਂ ਖਾਦਾ ਹੁੰਦਾ ਭਾਈ ਉਹਦਾ ਲੇਖਾ ਵੀ ਦੇਣਾ ਪੈਂਦਾ ਹੁੰਦਾ। ਤੇ ਕਿਹਦਾ ਲੇਖਾ ਦਿਓਗੇ ਜੇ ਲੱਖਾਂ ਘਰਾਂ ਤੋਂ, ਹਜ਼ਾਰਾਂ ਘਰਾਂ ਤੋਂ ਮੰਗ ਕੇ ਖਾ ਲਿਆ? ਨਾ ਨਾ ਨਾ, ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਨੇ ਸਿੱਧਾ ਅਗਨ ਨਾ ਬੁਝੇ ਬੁਝਾਇਆ। ਉਹਨਾਂ ਸਿੱਧਾਂ ਦੀ ਅਗਨ ਬੁਝਾ ਦਿੱਤੀ। ਆਖਿਆ ਨਾ, ਤੁਸੀਂ ਸਾਧਨਾ ਕਰਨੀ ਤੇ ਕਰੋ। ਸਿੱਖੀ ਵਿੱਚ ਅੰਮ੍ਰਿਤ ਵੇਲਾ ਵੱਡੀ ਸਾਧਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਨਾ ਕੋਈ ਛੋਟੀ ਸਾਧਨਾ? ਸੰਗਤ ਵਿੱਚ ਬਹਿਣਾ ਕੋਈ ਛੋਟੀ ਸਾਧਨਾ ਹੈ? ਸੰਗਤ 'ਚ ਬਹਿ ਕੇ ਵਿਖਾਵੇ ਹਾਂ ਕੋਈ ਗੋਡੇ ਗਿੱਟੇ ਦੁਖੀ ਜਾਂਦੇ, ਨੀਂਦ ਆਈ ਜਾਂਦੀ ਤੇ ਵਾਸੀਆਂ ਆਈ ਜਾਂਦੀਆਂ। ਸੰਗਤ 'ਚ ਬਹਿਣਾ ਕੋਈ ਛੋਟੀ ਸਾਧਨਾ? ਸੰਗਤ 'ਚ ਬਹਿਣਾ ਹੀ ਵੱਡੀ ਸਾਧਨਾ ਹੈ। ਇਹ ਕੋਈ ਸਾਧਾ ਹੀ ਨਹੀਂ ਗਾ। ਮੈਂ ਤਾਂ ਅੱਗੇ ਵੀ ਕਹਿੰਦਾ ਹੁੰਨਾ, 10 ਪਾਤਸ਼ਾਹੀਆਂ ਸੰਗਤ 'ਚ ਬੈਠ ਕੇ ਆਸਾ ਦੀ ਵਾਰ ਸੁਣਦੀਆਂ ਰਹੀਆਂ। ਚੌਂਕੜਾ ਮਾਰ ਕੇ 2.5 3 ਘੰਟੇ ਦਾ ਚੌਂਕੜਾ ਮਾਰਨਾ, ਆਸਾ ਦੀ ਵਾਰ ਸੁਣਨੀ। ਹੁਣ ਕੋਈ ਸੁਣਦਾ ਹੀ ਨਹੀਂ ਹੈ। ਨਾ ਨਾ ਨਾ, ਗੁਰੂ ਨੇ ਸਾਨੂੰ ਸਾਧਨਾ ਦਿੱਤੀ ਭਾਈ। ਅੰਮ੍ਰਿਤ ਵੇਲਾ, ਸੱਚ ਨਾਮ ਵਡਿਆਈ ਵਿਚਾਰ। ਸਿੱਖ ਨੇ ਸਾਧਨਾ ਕਰਨੀ।
ਉਹ ਫਿਰ ਜਿਹੜੀ ਜੋਗੀਆਂ ਦੇ ਨਾਲ ਗੋਸ਼ਟ ਹੋਈ ਸੀ ਗੁਰੂ ਅੰਗਦ ਸਾਹਿਬ ਦੀ, ਉਹ ਆਪਾਂ ਅੱਜ ਸਾਂਝੀ ਕੀਤੀ ਆ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਆਉਣ ਵਾਲੇ ਸਮੇਂ 'ਚ ਫਿਰ ਕੋਈ ਇੱਕ ਨਵਾਂ ਵਿਸ਼ਾ ਲੈ ਕੇ ਉਹਨਾਂ ਦੇ ਜੀਵਨ ਵਿੱਚੋਂ ਹੀ ਤੇ ਕਿਸ ਤਰ੍ਹਾਂ ਉਹਨਾਂ ਨੇ ਸਿੱਖ ਸੰਗਤਾਂ ਨੂੰ ਤਾਰਿਆ, ਸੰਗਤਾਂ ਦਾ ਭਲਾ ਕੀਤਾ, ਸਿੱਖ ਆਣ ਕੇ ਕਿਵੇਂ ਦਰ 'ਤੇ ਸੇਵਾ ਕਰਦੇ ਨੇ, ਲਾਗਲੇ ਪਿੰਡਾਂ ਦੇ ਸਿੱਖ ਆਉਂਦੇ ਨੇ ਤੇ ਭਾਈ ਪਾਰੋ ਵਰਗੇ ਡੱਲੇ ਪਿੰਡ ਤੋਂ ਚੱਲ ਕੇ ਆਉਂਦੇ ਨੇ, ਉੱਥੋਂ ਦੇ ਰਹਿਣ ਵਾਲੇ ਹੋਰ ਵੀ ਗੁਰਸਿੱਖ। ਉਸ ਪਿੰਡ ਦੇ ਵਿੱਚ 72 ਬ੍ਰਹਮ ਗਿਆਨੀ ਪੈਦਾ ਕੀਤੇ ਗੁਰੂ ਨਾਨਕ ਸਾਹਿਬ ਤੋਂ ਤੇ ਗੁਰੂ ਅੰਗਦ ਸਾਹਿਬ ਨੇ। 72 ਬ੍ਰਹਮ ਗਿਆਨੀ ਇੱਕ ਪਿੰਡ 'ਚ ਪੈਦਾ ਹੋ ਗਏ, ਕਿਉਂਕਿ ਰੰਗ ਲਾਗਤ 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 ਹੈ ਪਰਮ ਭਾਗਤ ਭਾਗਤ ਇੱਕ ਨੂੰ ਰੰਗ ਲੱਗਾ, ਉਹ ਦੂਸਰੇ ਨੂੰ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਲੈ ਕੇ ਆਇਆ। ਗੁਰੂ ਅੰਗਦ ਸਾਹਿਬ ਨੇ ਉੱਤੇ ਹੀ ਕਿਰਪਾ ਕਰ ਦਿੱਤੀ। ਤੇ ਇਹਨਾਂ ਹੁਣ ਇੱਥੇ ਵਿਚਾਰਾਂ ਦੀ ਸਮਾਪਤੀ। ਆਉਣ ਵਾਲੇ ਸਮੇਂ 'ਚ ਫਿਰ ਉਹਨਾਂ ਦੇ ਜੀਵਨ ਗਾਥਾ ਜਿਹੜੀ ਸੀ ਆਰੰਭ ਕੀਤੀ। ਮਹਾਰਾਜ ਆਪ ਹੀ ਕਿਰਪਾ ਕਰਨ, ਰਹਿਮਤਾਂ ਬਖਸ਼ਾਂ ਕਰਨ, ਇਹ ਸੇਵਾ ਲੈਣ ਦੀ ਇੱਥੇ ਖੰਮਾਂ ਦੇ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।